ਪ੍ਰਧਾਨਗੀ ਮੰਡਲ ਤੇ ਹਾਜ਼ਰੀਨ ਦੋਸਤੋ, ਅਦੀਬਾਂ ਦਾ ਸ਼ਹਿਰ ਮਲੇਰਕੋਟਲਾ ਜਦੋਂ ਇੱਥੇ ਆਉਂਦੇ ਹਾਂ ਤਾਂ ਇੱਕ ਵੱਖਰਾ ਹੀ ਸਕੂਨ ਮਹਿਸੂਸ ਹੁੰਦਾ ਹੈ। ਗੱਲ 1974-75 ਦੀ ਹੈ। ਮਲੇਰਕੋਟਲਾ ਕਾਲਜ ਦਾ ਪੇਪਰ ਨਿਕਲਦਾ ਸੀ ਕਲੈਰੀਅਨ। ਉਹਦੇ ਇੱਕ ਗਜ਼ਲ ਛਪੀ ਸੀ ਜੋ ਅੱਜ ਤੱਕ ਮੇਰੇ ਜ਼ਿਹਨ ਦੇ ਵਿੱਚ ਹੈ। ਜਿੱਦਣ ਦੇ ਤੁਸੀਂ ਰੁੱਸੇ ਹੋ ਸਭ ਜੇਲਾਂ ਥਾਣੇ ਭੁੱਲ ਗਏ, ਇੱਕ ਨੂਰ ਦੇ ਹੰਝੂ ਬਾਕੀ ਨੇ ਤੁਸੀਂ ਨਾਲ ਲਿਜਾਣੇ ਭੁੱਲ ਗਏ। ਇਹ ਉਸ ਟਾਈਮ ਦੇ ਵਿੱਚ ਨੂਰ ਮੁਹੰਮਦ ਨੂਰ ਜੀਆਂ ਦਾ ਜਦੋਂ ਵਿਦਿਆਰਥੀ ਜ਼ਿੰਦਗੀ ਸੀ ਉਦੋਂ ਦਾ ਇਹ ਸ਼ੇਅਰ ਸੀ, ਦਿਮਾਗ ਦੇ ਕਿਸੇ ਕੁੰਡੇ ਵਿੱਚ ਪਿਆ ਸੀ ਤੇ ਉਹ ਸਾਂਝਾ ਕਰਿਆ ਤੁਹਾਡੇ ਨਾਲ। ਸਟੇਜ ਸਕੱਤਰ ਦੀ ਕਈ ਦਫਾ ਮਜਬੂਰੀ ਬਣ ਜਾਂਦੀ ਹੈ, ਜ਼ਿੰਮੇਵਾਰੀਆਂ ਅਜਿਹੀਆਂ ਹੁੰਦੀਆਂ ਨੇ ਕਿ ਸਾਨੂੰ ਪ੍ਰੋਗਰਾਮ 'ਚ ਚੇਂਜ ਕਰਨੀ ਪੈਂਦੀ ਹੈ, ਕਿਉਂਕਿ ਜਿਹੜੇ ਲੋਕ ਪ੍ਰੋਗਰਾਮ ਕਰਾਉਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਮੌਕੇ ਦੇ ਨਾਲ ਸਾਨੂੰ ਬਦਲਣਾ ਪੈਂਦਾ ਹੈ। ਮੇਰਾ ਪੇਪਰ ਦੂਜੇ ਨੰਬਰ 'ਤੇ ਸੀ, ਪਹਿਲਾਂ ਸਤਨਾਮ ਜੀਆਂ ਦਾ ਪੇਪਰ ਸੀ, ਜਦੋਂ ਕਿਸੇ ਕਾਰਨ ਕਰਕੇ ਉਹ ਅਦਲਾ ਬਦਲੀ ਕਰਨੀ ਪਈ। ਇਸ ਤੌਰ 'ਤੇ ਜੋ ਪੇਪਰ ਮੈਂ ਆਪਣੀ ਬੁੱਧੀ ਮੁਤਾਬਕ ਯਥਾਸ਼ਕਤ ਸ਼ਕਤੀ ਮੁਤਾਬਕ ਲਿਖਿਆ ਉਹ ਤੁਹਾਡੇ ਸਨਮੁਖ ਹੈ। ਆਸ ਹੈ ਕਿ ਤੇ ਜੋ ਕੋਈ ਵੀ ਗੱਲ ਤੁਹਾਨੂੰ ਚੰਗੀ ਲੱਗੇ ਜਾਂ ਮਾੜੀ ਲੱਗੇ ਜਾਂ ਉਕਾਈ ਹੋਵੇ ਉਹ ਮੇਰੇ ਧਿਆਨ ਜ਼ਰੂਰ ਕਰੋਗੇ। ਇਸ ਦਾ ਸਰੇਖ ਰੱਖਿਆ ਜੀ, ਵਾਗਿਓ ਆਰ ਪਾਰ ਸ਼ਬਦ ਸਿਰਜਣਾ ਦਾ ਸੁਭ ਸ਼ਗਨ। ਮਨੁੱਖ ਦੀ ਮੁੱਢ ਕਦੀਮੋਂ ਹੋਈ ਇਹ ਪ੍ਰਵਿਰਤੀ ਰਹੀ ਹੈ ਕਿ ਉਹ ਆਪਣੇ ਮਨੋਭਾਵਾਂ ਨੂੰ ਦੂਸਰਿਆਂ ਤੱਕ ਪਹੁੰਚਾ ਕੇ ਹੀ ਆਪਣੇ ਆਪ ਨੂੰ ਸੰਤੁਸ਼ਟ ਹੋਇਆ ਮਹਿਸੂਸ ਕਰਦਾ ਹੈ। ਇਸ ਵਰਤਾਰੇ ਨੂੰ ਸਿਰਜਣਾ ਦੀ ਜਦ ਵਿੱਚ ਵੀ ਰੱਖਿਆ ਜਾ ਸਕਦਾ ਹੈ, ਕਿਉਂਕਿ ਦੂਸਰੇ ਦੇ ਮਨ ਮੰਦਰ ਵਿੱਚ ਆਪਣੇ ਵਿਚਾਰਾਂ ਦਾ ਪ੍ਰਵੇਸ਼ ਕਰਕੇ ਉਸ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਾਉਣਾ ਹੀ ਤਾਂ ਹੁੰਦਾ ਹੈ। ਇਸ ਸਿਰਜਣਾ ਦਾ ਘੇਰਾ ਬਹੁਤ ਵਸੀਹ ਹੁੰਦਾ ਹੈ। ਮਨੁੱਖੀ ਮਨ ਚੋਂ ਉਪਜੀਆਂ ਕਲਾਵਾਂ ਜਦੋਂ ਲੋਕਾਇਤੀ ਪੱਖ ਪ੍ਰਗਟ ਕਰਦੀਆਂ ਹੋਈਆਂ ਸਵੈ ਤੋਂ ਪਰ ਤੱਕ ਦਾ ਸਬਰ ਕਰਕੇ ਆਪਣੇ ਮੰਤਵ ਦੀ ਨਿਸ਼ਾਨਦੇਹੀ ਕਰਦੀਆਂ ਹੋਈਆਂ ਮੰਜ਼ਿਲਾਂ ਤੈਅ ਕਰਨ ਦੀ ਠਾਣ ਲੈਂਦੇ ਹਨ ਤਾਂ ਦੁੱਖ ਦਾਰੂ ਬਣ ਜਾਂਦੇ ਹਨ। ਨਿੱਜੀ ਦਰਦ ਰਚਨਾਵਾਂ ਦੇ ਸਮੂਹ ਦਾ ਰੂਪ ਧਾਰ ਕੇ ਲੁਕਾਈ ਦਾ ਨੂੰ ਸਮਰਪਿਤ ਹੋ ਜਾਂਦੇ ਹਨ। ਮਨੁੱਖ ਨੇ ਆਪਣੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਲਈ ਪਹਿਲਾ ਪਹਿਲ ਇਸ਼ਾਰੇ, ਸਾਇਨਤਾ, ਬੋਲ, ਹਾਕ ਦਾ ਇਸਤੇਮਾਲ ਕੀਤਾ। ਫਿਰ ਆਪਣੇ ਤੋਂ ਦੂਰ ਗੱਲ ਭੇਜਣ ਲਈ ਸੁਨੇਹੇ ਦਾ ਕੰਮ ਸ਼ੁਰੂ ਹੋਇਆ, ਜੋ ਸੀਨਾ ਦਾ ਸੀਨਾ ਅੱਜ ਵੀ ਦੂਸਰਿਆਂ ਤੱਕ ਪਹੁੰਚ ਰਿਹਾ ਹੈ। ਜਦੋਂ ਲਿਪੀ ਆਜ਼ਾਦ ਹੋਈ ਤਾਂ ਆਪਣੇ ਵਿਚਾਰਾਂ ਨੂੰ ਦੂਸਰਿਆਂ ਤੱਕ ਪਹੁੰਚਾਉਣ ਲਈ ਜਾਂ ਅਗਲੀ ਪੀੜ੍ਹੀ ਤੱਕ ਸਾਂਭ ਕੇ ਰੱਖਣ ਲਈ ਭੋਜ ਪੱਤਰਾਂ ਦੀ ਵਰਤੋਂ ਸ਼ੁਰੂ ਹੋਈ। ਇਸ ਦੇ ਨਾਲ ਹੀ ਇਹਨਾਂ ਵਿਚਾਰਾਂ ਨੂੰ ਪੇਸ਼ ਕਰਨ ਲਈ ਵੱਖ-ਵੱਖ ਵਿਧਾਵਾਂ ਹੋਂਦ ਵਿੱਚ ਆਈਆਂ, ਜਿਨ੍ਹਾਂ ਨੂੰ ਮੂਲ ਰੂਪ ਵਿੱਚ ਅਸੀਂ 3 ਹਿੱਸਿਆਂ ਵਿੱਚ ਵਿਖਰਾਉਂਦੇ ਹਾਂ: ਨਾਟਕ, ਸਟੇਜੀਕਲ, ਗਦ ਤੇ ਕਾਵਿ। ਇਹਨਾਂ ਤਿੰਨਾਂ ਦੇ ਅੱਗਿਓਂ ਹੋਰ ਵੀ ਅਨੇਕਾਂ ਰੂਪ ਵਿਕਸਿਤ ਹੋਏ ਅਤੇ ਅੱਗਿਓਂ ਹੋਰ ਰੂਪ ਵੀ ਹੋਂਦ ਵਿੱਚ ਆਉਂਦੇ ਰਹਿਣਗੇ। ਨਾਟ ਅਤੇ ਗਦ ਨਾਲੋਂ ਕਾਵਿ ਰੂਪ ਨੂੰ ਮਨ ਦੇ ਵਧੇਰੇ ਨੇੜੇ ਸਮਝਿਆ ਤੇ ਮੰਨਿਆ ਜਾਂਦਾ ਹੈ। ਚਰਚਾ ਅਧੀਨ ਕਾਵਿ ਪੁਸਤਕ ਡਾਕਟਰ ਜਗਦੀਪ ਕੌਰ ਅਹੂਜਾ ਅਤੇ ਪ੍ਰੋਫੈਸਰ ਸਗੇਨ ਤੋਸੱਬਰ ਦਾ ਸਾਂਝਾ ਸੰਗ੍ਰਹਿ ਵਾਗਿਓ ਆਰ ਪਾਰ ਦੀ ਸਮੱਗਰੀ ਦਾ ਸਾਰ ਅੰਸ਼ ਇੱਕ ਹੈ, ਜਿਸ ਵਿੱਚ ਕਵਿਤਾ, ਗੀਤ, ਗਜ਼ਲਾਂ, ਡਿਊਡਾ, ਟੱਪੇ, ਮਾਹੀਏ, ਬੋਲੀਆਂ ਸ਼ਾਮਲ ਹਨ। ਇਸ ਪੁਸਤਕ ਨੂੰ 2 ਵਿਦਵਾਨਾਂ ਨੇ ਫਤਹੁੱਲਾ ਹੱਕ ਕਾਸ਼ਮੀ ਪਾਕਿਸਤਾਨ ਅਤੇ ਅੰਮ੍ਰਿਤਪਾਲ ਸੈਦਾ ਪੰਜਾਬ ਭਾਰਤ ਨੇ ਕਰਮਵਾਰ ਡਾਕਟਰ ਜਗਦੀਪ ਕੌਰ ਅਹੂਜਾ ਅਤੇ ਸਗੀਰ ਤੋਸੱਬਰ ਨੂੰ ਇਹਨਾਂ ਦੀ ਇਸ ਸ਼ਾਇਰੀ ਲਈ ਸਨਦਾਂ ਵੀ ਜਾਰੀ ਕੀਤੀਆਂ ਹਨ, ਜੋ ਤਸਦੀਕ ਕਰਦੀਆਂ ਹਨ ਕਿ ਇਹ ਕਲਮ ਦੇ ਕਰਨਯੋਗੀ ਆਪਣੇ ਖੇਤਰ ਵਿੱਚ ਜ਼ਿਕਰਯੋਗ ਸਥਾਨ ਰੱਖਦੇ ਹਨ। ਕਿਸੇ ਵੀ ਪੁਸਤਕ ਦਾ ਨਾਮਕਰਨ ਸਿਰਲੇਖ ਆਪਣੇ ਆਪ ਵਿੱਚ ਵਿਥਿਆ ਸਮੂਹ ਬੈਠਾ ਹੁੰਦਾ ਹੈ। ਪਾਠੂ ਨਜ਼ਰਾਂ ਵਿੱਚ ਪ੍ਰਵੇਸ਼ ਕਰਦਾ ਹੀ ਆਪਣੀ ਤਸਵੀਰ ਪੇਸ਼ ਕਰ ਦਿੰਦਾ ਹੈ, ਬਸ਼ਰਤੇ ਉਸ ਅੱਖ ਦਾ ਦ੍ਰਿਸ਼ਟੀਕੋਣ ਉਸ ਨੂੰ ਕਿਸ ਕੋਣ ਤੋਂ ਵੇਖਣ ਦੇ ਸਮਰੱਥ ਹੁੰਦਾ ਹੈ। ਦੂਸਰਾ ਹਾਸਲ ਉਸ ਪੁਸਤਕ ਦੇ ਸਮਰਪਿਤ ਵਿੱਚ ਵਿਚਾਰਾਂ ਦੀ ਨਿਸ਼ਾਨਦੇਹੀ ਕਰਦਾ ਹੈ। ਬਾਕੀ ਸਾਰੀ ਪੁਸਤਕ ਇਸ ਸੋਚ ਦੇ ਹਾਸਲ ਦਾ ਵਿਸਥਾਰ ਹੀ ਹੁੰਦੀ ਹੈ। ਉਸ ਵਿਸਥਾਰ ਨੂੰ
ਕਿਸੇ ਵੀ ਵਿਧਾ ਵਿੱਚ ਰਚਨਾਕਾਰ ਪੇਸ਼ ਕਰਦੇ ਰਹੇ ਪਾਠਕ ਨੂੰ ਇਸ ਗੱਲ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਡਾਕਟਰ ਜਗਦੀਪ ਕੌਰ ਅਹੂਜਾ ਦੀ ਕਵਿਤਾ ਵਿੱਚ ਪ੍ਰਤੀਕ ਬਿੰਬ ਇਸ ਕਦ ਵਰਤੇ ਗਏ ਹਨ ਕਿ ਵਿਅੰਗ ਤੇ ਟਾਸਕ ਬਹੁਤ ਹੀ ਸੁਖਮ ਭਾਗੀ ਹੋ ਨਿਬੜਦਾ ਹੈ। ਉਸ ਨੂੰ ਆਪਣੀ ਗੱਲ ਕਹਿਣ ਲਈ ਕਿਸੇ ਉਚੇਚ ਦਾ ਸਹਾਰਾ ਨਹੀਂ ਲੈਣਾ ਪੈਂਦਾ, ਸਗੋਂ ਪਾਠਕ ਨੂੰ ਆਪਣੇ ਸ਼ਬਦ ਰੂਪੀ ਵਹਾਅ ਵਿੱਚ ਵਹਾ ਕੇ ਲੈ ਜਾਂਦੀ ਹੈ। ਰਚਨਾ ਖਤਮ ਹੋਣ ਤੇ ਜਦੋਂ ਪਾਠਕ ਸਾਹ ਲੈਣ ਲਈ ਰੁਕਦਾ ਹੈ ਉਦੋਂ ਤੱਕ ਤਾਂ ਸਾਰੇ ਬਿਰਤਾਂਤ ਦਾ ਇੱਕ ਸਮੁੱਚਾ ਨਕਸ਼ਾ ਬਣ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਕਿੰਨੀ ਵੱਡੀ ਕਾਵਿ ਰਚਨਾ ਨੂੰ ਇਸ ਚੌਕੇ ਵਿੱਚ ਰੱਖ ਕੇ ਵਾਚਿਆ ਜਾ ਸਕਦਾ ਹੈ ਕਿ ਅੱਜ ਵੀ ਮੱਧ ਵਰਗੀ ਪਰਿਵਾਰਾਂ ਦੀ ਸੋਚ ਵਿੱਚੋਂ ਭੂਪਸ਼ਾਹੀ ਮਨਫੀ ਨਹੀਂ ਹੋਈ। ਇਸੇ ਕਾਰਨ ਹੀ ਅਸੀਂ ਆਪਣੀ ਔਲਾਦ ਨੂੰ ਉਹਨਾਂ ਦੇ ਮਨ ਦਾ ਹਾਣੀ ਲੱਭਣ ਦੀ ਥਾਂ ਜਰ ਜ਼ਮੀਨ ਨਾਲ ਤੋਲ ਕੇ ਵਰ ਮੇਚਣ ਦੀ ਰੁਚੀ ਰੱਖਦੇ ਹਾਂ। ਡਾਕਟਰ ਜਗਦੀਪ ਕੌਰ ਅਹੂਜਾ ਨੇ ਸਟੇਜੀ ਕਵਿਤਾ ਨਾ ਹੇਠ ਉਂਝ ਤਾਂ ਹਰ ਕਵਿਤਾ ਜੋ ਪੜ੍ਹੀ ਜਾਂ ਸੁਣੀ ਜਾਂਦੀ ਹੋਵੇ ਉਹ ਸਟੇਜੀ ਹੀ ਹੁੰਦੀ ਹੈ। ਕੁਝ ਇਤਿਹਾਸ ਪ੍ਰਸੰਗ ਵੀ ਸ਼ਬਦਬੰਦ ਕਵਿਤਾ ਵਿੱਚ ਅੰਕਿਤ ਕੀਤੇ ਹਨ ਜੋ ਇਹਨਾਂ ਦੀ ਇਤਿਹਾਸਿਕ ਖੋਜ ਦਾ ਪ੍ਰਵਿਰਤੀ ਦਾ ਪ੍ਰਗਟਾਵਾ ਕਰਦੀਆਂ ਹਨ, ਖਾਸ ਕਰ ਸਿੱਖ ਇਤਿਹਾਸ ਵਿੱਚੋਂ। ਪਰੰਤੂ ਇਹ ਵੀ ਇੱਕ ਸੱਚਾਈ ਹੈ ਕਿ ਇਤਿਹਾਸ ਸੱਚ ਕਦੇ ਵੀ ਆਪਣੇ ਆਪ ਵਿੱਚ ਸੰਪੂਰਨ ਨਹੀਂ ਹੁੰਦਾ, ਕਿਉਂਕਿ ਬੀਤਿਆ ਕੱਲ ਸਾਡੇ ਕੋਲ ਅੱਜ ਜਦ ਦੇ ਰੂਪ ਵਿੱਚ ਜਦੋਂ ਪਹੁੰਚਦਾ ਹੈ ਤਾਂ ਉਸ ਵਿੱਚੋਂ ਕੁਝ ਨਾ ਕੁਝ ਜ਼ਰੂਰ ਗਿਰ ਜਾਂਦਾ ਹੈ ਤੇ ਕੁਝ ਨਵਾਂ ਰਲ ਵੀ ਜਾਂਦਾ ਹੈ। ਇਹ ਇੱਕ ਵਿਗਿਆਨਕ ਸੱਚਾਈ ਹੈ। ਕਾਰਬਨਗੀ ਵਿਊੜਾਂ ਵਿੱਚ ਚਾਟੀ, ਪੁੱਛੇ ਗੂੜੀਏ, ਨਸ਼ੇੜੀ, ਖੁਸ਼ਹਾਲੀ, ਪਿੰਡ ਗਲੋਬਲ, ਮੁੰਦੀ, ਮਾਂ, ਪੰਜਾਬੀ, ਸਿੱਖੀ, ਮੈਂ, ਜਿੱਥੇ ਲਘੂ ਰਚਨਾਵਾਂ ਹਨ ਉੱਥੇ ਪਾਠਕ ਲਈ ਚੁਣੌਤੀ ਵੀ ਪੈਦਾ ਕਰਦੀਆਂ ਹੋਈਆਂ ਉਸਦੇ ਮੱਥੇ 'ਚ ਹਿਲਜੁਲ ਪੈਦਾ ਕਰਨ ਲਈ ਪ੍ਰਸ਼ਨ ਚਿੰਨ੍ਹ ਬਣ ਜਾਂਦੀਆਂ ਹਨ ਕਿ ਇਹ ਸਭ ਕਿਉਂ। 35 ਅੱਖਰੀ ਦੀ ਵੀ ਲੇਖਕ ਨੇ ਰਚਨਾ ਕੀਤੀ ਹੈ ਜਿਸ ਵਿੱਚੋਂ ਸੂਫੀ ਰੰਗਤ ਦਾ ਝਲਕਾਰਾ ਪੈਂਦਾ ਹੈ ਤੇ ਇਸ ਸੰਸਾਰ ਜਨਮ ਨੂੰ ਮਿੱਥਿਆ ਦੇ ਰੂਪ ਵਿੱਚ ਵਿਖਾਇਆ ਗਿਆ ਹੈ ਜੋ ਬਾਕੀ ਦੀਆਂ ਰਚਨਾਵਾਂ ਨਾਲੋਂ ਸੋਚ ਪੱਖੋਂ ਬੜਾ ਵੱਖਰਾ ਹੈ। ਡਾਕਟਰ ਜਗਦੀਪ ਕੌਰ ਅਹੂਜਾ ਦੇ ਗਜ਼ਲ ਸੰਸਾਰ ਦੀ ਯਾਤਰਾ ਕਰਦਿਆਂ ਹਰ ਰੰਗ ਮਾਨਣ ਨੂੰ ਮਿਲਦਾ ਹੈ। ਜਿੱਥੇ 21ਵੀਂ ਸਦੀ ਦੀ ਬੇਰੁਜ਼ਗਾਰੀ, ਮਾਡਰਨ ਦੇ ਨਾਂ ਹੇਠ ਫੁਕਰਾਸ਼ਾਹੀ, ਕਰੋਨਾ ਕਾਲ, ਜਾਣੀ ਕਿ ਜ਼ਿੰਦਗੀ ਦਾ ਕੋਈ ਵੀ ਪੱਖ ਪ੍ਰਸੁੱਤਾ ਨਹੀਂ ਰਿਹਾ, ਕਿਉਂਕਿ ਗਜ਼ਲ ਗੈਰ ਮੁਸਲਸਲ ਹਨ ਤੇ ਗਜ਼ਲ ਦੇ ਸਾਂਚੇ ਵਿੱਚ ਪੂਰੀਆਂ ਉਤਰਦੀਆਂ ਹਨ। ਸਖਤੇ ਮਕਤੇ ਰਦੀਫ ਕਾਫੀਏ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਇੱਕ ਛੋਟੀ ਬਹਿਰ ਦੀ ਗਜ਼ਲ ਦਾ ਮਲਾਜਾ ਫਰਮਾਓ। ਇਹ ਮਜ਼ਹਬੀ ਕੱਟੜਤਾ ਹੋਈ ਫੱਟੜ ਮਾਨਵਤਾ, ਵਿਚਾਰੇ ਮਨੁੱਖ ਦਾ ਨਾ ਪਤਾ ਨਾ ਪਤਾ। ਅਗਲੀ ਸੰਸਾਰ ਵਿੱਚ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਕਿਹਾ ਜਾਂਦਾ ਹੈ। ਇਸੇ ਨੁਕਤਾ ਨਿਗਾਹ ਤੋਂ ਵਾਚਦਿਆਂ ਪ੍ਰੋਫੈਸਰ ਸਗੀਰ ਤਸੱਬਲ ਦੀ ਇਸ ਪੁਸਤਕ ਵਾਕਿਓਂ ਆਰ ਪਾਰ ਬਿਜਲੀ ਸਮੱਗਰੀ ਸ਼ਾਇਰੀ ਤੇ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਇਹ ਵਾਚਣਾ ਜ਼ਰੂਰੀ ਹੈ ਕਿ ਸ਼ਾਇਰ ਦੇ ਰਿਹਾਤਲ ਦਾ ਮੌਜੂਦਾ ਸੂਰਤ ਹਾਲ ਕੀ ਹੈ। ਲਹਿੰਦੇ ਪੰਜਾਬ ਦਾ ਚੜ੍ਹਦੇ ਪੰਜਾਬ ਨਾਲ ਦੋ ਵਿਸ਼ੇਸ਼ ਭਿੰਨਤਾਵਾਂ ਨਜ਼ਰੀਆਂ ਚੜ੍ਹਦੀਆਂ ਹਨ। ਪਹਿਲੀ ਧਾਰਮਿਕ ਅਸਹਿਜਤਾ ਤੇ ਦੂਸਰੀ ਰਾਜਨੀਤਿਕ ਅਸਾਵਾਪਣ। ਇੱਥੋਂ ਹੀ ਕਲਮਕਾਰ ਦੀ ਪਹਿਚਾਣ ਨਿਰਧਾਰਿਤ ਕੀਤੀ ਜਾ ਸਕਦੀ ਹੈ ਕਿ ਸ਼ਾਇਰ ਆਪਣੇ ਚੁਗਰਦੇ ਪ੍ਰਤੀ ਕਿੰਨਾ ਕੁ ਜਾਗਰੂਕ ਤੇ ਜ਼ਿੰਮੇਵਾਰੀ ਨਿਭਾਉਣ ਦੇ ਹੀਲੇ ਵਸੀਲੇ ਵਰਤਦਾ ਹੈ। ਆਪਣੀ ਕਲਮ ਦੀ ਲੋਕ ਨੂੰ ਲੋਕਾਇਤੀ ਪੱਖ ਵੱਲੋਂ ਸਿਹਤ ਕਰਦਾ ਹੈ ਜਾਂ ਸੰਰਚਨਾਵਾਦ ਦੇ ਘੇਰੇ ਵਿੱਚ ਰਹਿ ਕੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਪ੍ਰੋਫੈਸਰ ਸਗੀਰ ਸਬਤ ਦੀ ਕਲਮ 'ਚੋਂ ਉਪਜੇ ਗੀਤ ਦਿਮਾਗ ਨਾਲੋਂ ਦਿਲ ਦੇ ਜ਼ਿਆਦਾ ਕਰੀਬ ਮਹਿਸੂਸ ਕੀਤੇ ਜਾ ਸਕਦੇ ਹਨ। ਗਜ਼ਲਗੋਈ ਦੀ ਪ੍ਰਪੱਕਤਾ ਉਹਨਾਂ ਦੀਆਂ ਗਜ਼ਲਾਂ ਦੇ ਸ਼ੇਅਰਾਂ ਵਿੱਚੋਂ ਸਾਫ਼ ਝਲਕਦੀ ਹੈ। ਉਹ ਹੇਠਲੀ ਉੱਤੇ ਕਰਨ ਦੀ ਮਨਸਾ ਨਾਲ ਹਨੇਰੇ ਤੋਂ ਮੁਕਤੀ ਪਾਉਣ ਲਈ ਸੂਰਜਾਂ ਦਾ ਸਾਥੀ ਬਣਨਾ ਚਾਹੁੰਦਾ ਹੈ। ਉਸ ਦੀ ਗਜ਼ਲ ਦੇ ਸ਼ੇਅਰ ਦਾ ਮਲਾਜਾ ਫਰਮਾਓ। ਆਪਣਾ ਸੂਰਜ ਆਪ ਉਗਾਂਗੇ, ਆਪਣਾ ਸੂਰਜ ਆਪ ਉਗਾ ਕੇ ਹੁਣ ਇੱਕ ਨਵੀਂ ਸਵੇਰ ਕਰਾਂਗੇ। ਟੱਪੇ ਕਾਰ ਦੀ ਇੱਕ ਉਹ ਵਿਧਾ ਹੈ ਜਿਸ ਨੂੰ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਦਾ ਲਕਬ ਦਿੱਤਾ ਜਾਂਦਾ ਹੈ। ਦੋ ਸ਼ਤਰਾਂ ਵਿੱਚ ਆਪਣੀ ਗੱਲ ਕਹਿ ਕੇ ਖੁਦ ਚੁੱਪ ਕਰ ਜਾਓ ਤੇ ਅਗਲੇ ਪਾਠ ਸਰੋਤੇ ਲਈ ਸੋਚਣ ਵਾਸਤੇ ਖੁੱਲ੍ਹਾ ਛੱਡ ਦਿਓ। ਪ੍ਰੋਫੈਸਰ ਸਗੀਰ ਤਬਸਮ ਦੇ ਟੱਪਿਆਂ 'ਚੋਂ ਇੱਕ ਵੰਨਗੀ ਵਜੋਂ ਤੁਹਾਡੇ ਨਜ਼ਰ ਪੇਸ਼ ਕਰ ਰਿਹਾ। ਗੌਰ ਫਰਮਾਓ। ਕੰਧ ਚੌਧਰੀ ਦੀ ਚੜ੍ਹੀ ਅਸਮਾਨੇ, ਗਵਾਂਢੀਆਂ ਦੀ ਧੁੱਪ ਮਰ ਗਈ,
ਹਥਲੀ ਪੁਸਤਕ ਵਾਧੋ ਪਾਰ ਦੇ ਦੋਵੇਂ ਰਚੇਤਾ ਡਾਕਟਰ ਜਗਦੀਪ ਕੌਰ ਹੁੱਜਾ ਤੇ ਪ੍ਰੋਫੈਸਰ ਸਹੀਰ ਸਦਮ ਖੁਦ ਜੋ ਅਕਾਦਮਿਕ ਖੇਤਰ ਦੀਆਂ ਸ਼ਖਸੀਅਤਾਂ ਹਨ, ਉੱਥੇ ਕਲਮਕਾਰੀ ਵਿੱਚ ਵੀ ਸਰਗਰਮ ਹੋਣ ਕਾਰਨ ਕਈ ਪੁਸਤਕਾਂ ਦੇ ਸਿਰਜਕ ਵੀ ਹਨ। ਇਹਨਾਂ ਕੋਲ ਸ਼ਬਦਾਂ ਦੀ ਵੀ ਕਿੱਲਤ ਨਹੀਂ, ਪਰ ਇਹਨਾਂ ਵੱਲੋਂ ਕਈ ਵਾਰ ਵਰਤੇ ਗਏ ਗੈਰ ਪੰਜਾਬੀ ਸ਼ਬਦਾਂ ਨੂੰ, ਜਿਨ੍ਹਾਂ ਦੀ ਪਤਾ ਹੀ ਨਹੀਂ, ਅਚੇਤ ਹੋਈ ਭੁੱਲ ਕਿਹਾ ਜਾ ਸਕਦਾ ਹੈ, ਕਿਉਂਕਿ ਗੈਰ ਪੰਜਾਬੀ ਸ਼ਬਦਾਂ ਦਾ ਪੰਜਾਬੀ ਵਿੱਚ ਸਮਾਨਾਂਤਰ ਸ਼ਬਦ ਸਹਿਜ ਹੀ ਮਿਲ ਜਾਂਦੇ ਹਨ। ਥੋੜ੍ਹਾ ਜਿਹਾ ਸੁਚੇਤ ਹੋਣ ਦੀ ਲੋੜ ਹੈ। ਰਾਜਨੀਤਿਕ ਹੱਦਾਂ ਸਰਹੱਦਾਂ ਤਾਂ ਸਮੇਂ ਬਦਲਦੀਆਂ ਰਹਿੰਦੀਆਂ ਹਨ। ਇਹਨਾਂ ਹੱਦਾਂ ਸਰਹੱਦਾਂ ਦੇ ਬਦਲਾਅ ਦੇ ਇਤਿਹਾਸਕ ਕਾਰਨ ਵੀ ਭੁੱਖਣੇ ਬਣਦੇ ਹਨ, ਜਿਨ੍ਹਾਂ ਕਾਰਨਾਂ ਕਰਕੇ ਸਾਡੇ ਆਪਣੇ ਪਰਾਏ ਹੋਏ ਨਹੀਂ ਕੀਤੇ ਗਏ। ਮੇਰਾ ਇਸ਼ਾਰਾ ਉਹਨਾਂ ਬਸਤੀਵਾਦੀ ਤਾਕਤਾਂ ਵੱਲ ਹੈ ਜੋ ਆਪਣਾ ਪਹਿਲਾਂ ਵਾਲਾ ਸਰੂਪ ਬਦਲ ਕੇ ਹੁਣ ਨਵੇਂ ਬੁਰਕੇ ਨਕਾਬ ਵਿੱਚ ਕਾਰਪੋਰੇਟ ਦੇ ਨਾਂ ਹੇਠ ਆਪਣੀ ਸੋਚ ਰਾਹੀਂ ਦੁਨੀਆ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ, ਖਾਸ ਕਰਕੇ ਏਜੰਸੀਆਂ ਏਸ਼ੀਆ ਦੇ ਮੁਲਕਾਂ ਉੱਤੇ। ਉਹਨਾਂ ਦੇ ਲਾੜ ਦੇ ਉੱਤੇ ਇਹ ਦੇਸ਼ ਉਚੇਚੇ ਤੌਰ ਤੇ ਹਨ। ਕਿਸੇ ਹੱਦ ਤੱਕ ਉਹ ਪਾੜੋ ਦੇ ਰਾਜ ਕਰਨ ਦੀ ਨੀਤੀ ਰਾਹੀਂ ਆਪਣੇ ਨਾਲੋਂ ਤੋੜਨ ਵਿੱਚ ਕਾਮਯਾਬ ਵੀ ਹੋ ਰਹੇ ਹਨ। ਇਸ ਦਾ ਸਾਨੂੰ ਦੁੱਖ ਵੀ ਹੈ ਤੇ ਸਾਨੂੰ ਜਾਗਣ ਦੀ ਵੀ ਸਖਤ ਜ਼ਰੂਰਤ ਹੈ। ਇਸੇ ਸੰਦਰਭ ਵਿੱਚ ਵਾਕਿਓ ਆਰ ਪਾਰ ਪੁਸਤਕ ਦਾ ਧਰਾਤਲ ਵੀ ਇੱਕ ਹੈ, ਜਿੱਥੇ ਸਾਡੇ ਦੁੱਖ ਸੁੱਖ ਲੋੜਾਂ ਥੋੜਾ ਭਾਵਨਾਵਾਂ ਚੱਜ ਆਚਾਰ ਰਹਿਣ ਸਹਿਣ ਸੁਹਜ ਪਹੁਜ ਰਿਸ਼ਤੇ ਨਾਤੇ ਤੇ ਪਿਆਰ ਦੀਆਂ ਤੰਦਾਂ ਇੱਕ ਮਿੱਕ ਹਨ, ਉੱਥੇ ਸਾਡੇ ਦੁਸ਼ਮਣ ਵੀ ਸਾਂਝੇ ਹਨ। ਸਾਡੀ ਮਾਂ ਬੋਲੀ ਪੰਜਾਬੀ ਨੂੰ ਜੇ ਚੜ੍ਹਦੇ ਪੰਜਾਬ ਵਿੱਚ ਦੇਵਨਾਗਰੀ ਦੀ ਅਮਰਵੇਲ ਤੋਂ ਖਤਰਾ ਹੈ, ਤਾਂ ਉਧਰ ਲਹਿੰਦੇ ਪੰਜਾਬ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਸ਼ਾਹਮੁਖੀ ਦੇ ਨਾਂ ਦਾ ਘੁਣ ਵੀ ਲੱਗਿਆ ਨਜ਼ਰੀ ਚੜ੍ਹਦਾ ਹੈ, ਜਿਸ ਤੋਂ ਸਾਨੂੰ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ। ਇਸ ਸੁਚੇਤਨਾ ਦੇ ਪਰਾਗੇ ਵਿੱਚ ਕਾਵਿ ਪੁਸਤਕ ਵਾਧੋ ਪਾਰ ਦਾ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ, ਜਿਸ ਨੂੰ ਮੈਂ ਸ਼ਬਦ ਸਿਰਜਣਾ ਦਾ ਸਹੁ ਸ਼ਗਨ ਮੰਨਦਾ ਹੋਇਆ ਪੰਜਾਬੀ ਸਾਹਿਤ ਜਗਤ ਵਿੱਚ ਹਾਜ਼ਰ ਹੋਣ ਤੇ ਜੀ ਆਇਆਂ ਕਹਿੰਦਾ ਹਾਂ। ਇੱਕ ਵਿਸ਼ੇਸ਼ ਨੋਟ ਛੋਟਾ ਜਿਹਾ, ਵਾਧੋ ਪਾਰ ਪੁਸਤਕ ਲਈ ਸਮੇਂ ਦੀ ਘਾਟ ਕਾਰਨ ਸੰਖੇਪ ਚਰਚਾ ਕਰਨੀ ਪਈ, ਕਿਉਂਕਿ ਇਹ ਪੁਸਤਕ ਮੇਰੇ ਕੋਲ 2 ਦਿਨ ਪਹਿਲਾਂ ਹੀ ਮਾਸਟਰ ਨਾਰ ਸਿੰਘ ਮੁਬਾਰਕਪੁਰੀ ਰਾਹੀਂ ਪਹੁੰਚੀ ਸੀ। ਇਹ ਪੁਸਤਕ ਦਾ ਫੈਲਾਅ ਅਸੀਮ ਹੈ, ਇਸ 'ਤੇ ਨਿੱਠ ਕੇ ਵਿਚਾਰ ਚਰਚਾ ਕਰਨੀ ਬਣਦੀ ਹੈ। ਜੇਕਰ ਫਿਰ ਕਦੇ ਮੌਕਾ ਮਿਲ ਹੋਇਆ ਫਿਰ ਇਹਨਾਂ ਸਮੁੱਚੀਆਂ ਰਚਨਾਵਾਂ ਨੂੰ ਜ਼ਰੂਰ ਲੜਕਾਂਗੇ। ਧੰਨਵਾਦ। ਬਹੁਤ ਬਹੁਤ ਧੰਨਵਾਦ ਸੁਖਦੇਵ ਔਲਖ ਜੀ। ਕੋਈ ਵੀ ਪੁਸਤਕ ਜਦੋਂ ਲੋਕ ਅਰਪਣ ਕੀਤੀ ਜਾਂਦੀ ਹੈ, ਉਸ ਲਈ ਐਨਾਲਿਸਿਸ ਕਰਨਾ ਜ਼ਰੂਰੀ ਬਣ ਜਾਂਦਾ ਹੈ। ਉਸ ਦੀ ਪੜਚੋਲ, ਉਹਦੇ ਸ਼ਬਦਾਂ ਦੀ ਗੱਲ, ਉਹਦੀ ਕਾਵਿ ਕਲਾ ਦੀ ਗੱਲ ਇਹ ਜ਼ਰੂਰੀ ਹੋ ਜਾਂਦੀ ਹੈ। ਸਾਰੇ ਸਾਹਿਤਕਾਰਾਂ ਪ੍ਰਤੀ ਬੇਨਤੀ ਹੈ, ਜਿੱਥੇ ਅਸੀਂ ਆਪਣੀਆਂ ਰਚਨਾਵਾਂ ਸੁਣਾ ਕੇ ਆਪਣੇ ਮਨ ਦੇ ਗੁੱਬ ਘੁਬਾਟ ਕੱਢਦੇ ਹਾਂ, ਤਾਂ ਸਾਨੂੰ ਦੂਸਰੇ ਲੇਖਕਾਂ ਦੀਆਂ ਰਚਨਾਵਾਂ ਵੀ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ ਸੁਖਦੇਵ ਔਲਖ ਜੀ। ਹੁਣ ਮੈਂ ਬੇਨਤੀ ਕਰਾਂਗਾ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਸ਼੍ਰੀ ਪਵਨ ਹਰਚੰਦਪੁਰੀ ਜੀ, ਉਹ ਕਿਤਾਬ ਦੇ ਉੱਪਰ ਆਪਣੇ ਵਿਚਾਰ ਪੇਸ਼ ਕਰਨ, ਤੇ ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਡਾਕਟਰ ਮੁਹੰਮਦ ਰਫੀ ਜੀ ਵੀ ਤਿਆਰ ਹਨ। ਪਵਨ ਹਰਚੰਦਪੁਰੀ ਜੀ। बहुत ही सत्कारयोग प्रधानगी मंडल डॉक्टर हुज्जा जी, प्रिंसीपल परमिंदर कौर जी, डॉक्टर रफी जी, धन्यवाद जी। सब तो पहला मैं ਸਾਹਿਤ ਸਭਾ ਮਲੇਰਕੋਟਲਾ ਦੇ ਪ੍ਰਧਾਨ ਮੁਬਾਰਕਪੁਰੀ ਜੀ, ਜਨਰਲ ਸਕੱਤਰ ਸ੍ਰੀ ਰਕੇਸ਼ ਸ਼ਰਮਾ ਜੀ ਅਤੇ ਸਮੁੱਚੀ ਟੀਮ ਨੂੰ ਇਸ ਸਮਾਗਮ ਦੇ ਉੱਤੇ ਮੁਬਾਰਕਬਾਦ ਕਰਨਾ। ਤੇ ਦੂਜੀ ਮੁਬਾਰਕਬਾਦ ਮੈਂ ਡਾਕਟਰ ਹੁੱਜਾ ਨੂੰ ਦਿੰਦਾ, ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਦੇ ਨਾਲ ਵੀ ਅਤੇ ਪਾਕਿਸਤਾਨੀ ਕਵੀ ਪ੍ਰੋਫੈਸਰ ਸੁਹੀਰ
ਤਬਸਮ ਨਾਲ ਵੀ ਸਾਨੂੰ ਵਾਸਤਾ ਕਰਾਇਆ ਇਹ ਸਾਂਝੀ ਕਿਤਾਬ ਕੱਢ ਕੇ। ਮੈਂ ਸਮਝਦਾ ਡਾਕਟਰ ਜਗਜੀਤ ਕੌਰ ਅਹੂਜਾ ਨੇ ਇੱਕ ਨਾਯਾਬ ਤੋਹਫਾ ਮਤਲਬ ਮੈਂ ਸਮਝਦਾ ਪੰਜਾਬੀ ਸਾਹਿਤ ਨੂੰ ਦਿੱਤਾ। ਇਸ ਤਰ੍ਹਾਂ ਦੀ ਸਾਂਝੀ ਪੁਸਤਕ ਪੰਜਾਬੀ ਦੇ ਵਿੱਚ ਆਈ ਹੈ। ਕਈ ਵਾਰੀ ਇਹ ਹੁੰਦਾ ਗਾ ਵੀ ਉੱਥੇ ਵਾਲਿਆਂ ਦੀ ਉਰਦੂ ਚ ਆ ਜਾਂਦੀ ਹੈ ਦੀ ਰਚਨਾਵਾਂ ਤੇ ਇੱਥੇ ਵਾਲਿਆਂ ਦੀ ਪੰਜਾਬੀ ਚ ਹੁੰਦੀ ਹੈਗੀ, ਪਰ ਇਹਨਾਂ ਨੇ ਸਾਨੂੰ ਇਸ ਗੱਲ ਦਾ ਇਲਮ ਕਰਾਤਾ ਕਿ ਜਿਹੜੇ ਸਾਡੀ ਪੰਜਾਬੀ ਲਿਪੀ ਹੈਗੀ, ਜਿਹਨੂੰ ਗੁਰਮੁਖੀ ਲਿਪੀ ਦਾ ਨਾਂ ਦਿੱਤਾ ਗਿਆ, ਉਹਦੀ ਸਿੱਖਿਆ ਪੰਜਾਬ ਪਾਕਿਸਤਾਨੀ ਜੋ ਪੰਜਾਬ ਆ, ਪੱਛਮੀ ਪੰਜਾਬ ਜਿਹਨੂੰ ਆਪਾਂ ਕਹਿ ਰਹੇ ਆ, ਉਹਦੇ ਲੋਕਾਂ ਪਾਸ ਵੀ ਹੈਗੀ ਆ। ਤੇ ਜਿਹੜੀਆਂ ਇਹ ਰਚਨਾਵਾਂ ਲਿਖ ਕੇ ਭੇਜੀਆਂ ਸੀ, ਬਕਾਇਦਾ ਉਹਨਾਂ ਨੇ ਗੁਰਮੁਖੀ ਲਿਪੀ ਦੇ ਵਿੱਚ ਹੀ ਇਹਨਾਂ ਨਾਲ ਆਦਾਨ ਪ੍ਰਦਾਨ ਕੀਤੀਆਂ ਨੇਗੀਆਂ। ਤੇ ਮੈਂ ਸਮਝਦਾ ਵੀ ਜੋ ਇਹ ਕਿਤਾਬਾਂ ਨੇਗੀਆਂ, ਜੋ ਦੋਨਾਂ ਦੀਆਂ ਰਚਨਾਵਾਂ ਨੇ ਇਹਦੇ 'ਚ, ਤਾਂ ਜੇ ਇਕੱਲੇ ਦਾ ਆਪਾਂ ਜ਼ਿਕਰ ਕਰੀਏ ਤਾਂ ਮੈਂ ਸਮਝਦਾ ਠੀਕ ਆ। ਪਹਿਲਾਂ ਦੋਨਾਂ ਦੀ ਗੱਲ ਇਹ ਹੈਗੀ, ਕਿਉਂਕਿ ਮੈਨੂੰ ਪੇਪਰ ਪੜ੍ਹਨ ਵਾਸਤੇ ਨਹੀਂ ਕਿਹਾ ਗਿਆ ਸੀ। ਪੇਪਰ ਪੜ੍ਹਨ ਵਾਸਤੇ ਸਿਰਫ 2 ਬੁੱਧੀਜੀਵੀਆਂ ਦੀ ਡਿਊਟੀ ਲੱਗੀ ਸੀ। ਉਹ ਸੀ ਡਾਕਟਰ ਰਵੀਨਾ ਸ਼ਰਮਾ ਤੇ ਸੁਖਦੇਵ ਔਲਖ ਦੀ। ਮੈਂ ਤਾਂ ਸਿਰਫ ਆ ਕੇ ਬੋਲਣਾ ਸੀਗਾ, ਜੋ ਬਹਿਸ ਦੇ ਵਿੱਚ ਭਾਗ ਲੈਣਾ ਸੀ, ਪਰ ਸ਼ਬਨਮ ਦੇ ਨਾਂ ਆਉਣ ਦੇ ਕਰਕੇ, ਕਿਉਂਕਿ ਉਹਨਾਂ ਦੇ ਘਰੇ ਕੋਈ ਸਮਾਗਮ ਆ, ਰਿਸ਼ਤੇਦਾਰੀ 'ਚ ਕੋਈ ਵਿਆਹ ਹੈਗਾ, ਘਰੇ ਰਿਸ਼ਤੇਦਾਰ ਆਏ ਹੋਏ ਨੇ, ਉਹ ਕਹਿੰਦੇ ਸੀ ਕਿ ਮੈਂ ਕੋਸ਼ਿਸ਼ ਕਰੂੰਗੀ ਆ ਜੂੰਗੀ, ਪਰ ਮੇਰੇ ਖਿਆਲ ਦੇ ਵਿੱਚੋਂ ਨਹੀਂ ਨਿਕਲ ਸਕੇ। ਮੈਂ ਉਹਨਾਂ ਨੂੰ ਕਿਹਾ ਸੀ ਕਿ ਜੇ ਤੁਸੀਂ ਨਹੀਂ ਆਉਣਾ ਸੀ ਤਾਂ ਪੇਪਰ ਘੱਟੋ ਘੱਟ ਸਾਡੇ ਕੋਲ ਪਹੁੰਚਾ ਦਿੰਦੇ, ਇੱਥੇ ਕੋਈ ਹੋਰ ਬੰਦਾ ਪੜ੍ਹ ਕੇ ਉਹ ਪੇਪਰ ਬੋਲ ਦਿੰਦਾ। ਪਰ ਉਹਨਾਂ ਨੇ ਚਲੋ ਜੋ ਵੀ ਹੋ ਗਿਆ, ਹੁਣ ਉਹ ਜ਼ਿੰਮੇਵਾਰੀ ਜਿਸ ਤਰ੍ਹਾਂ ਕਹਿੰਦੇ ਹੈਗੇ ਅੱਗੇ ਬਦਲ ਜਾਂਦੀ ਹੈਗੀ, ਕਿਉਂਕਿ ਡਾਕਟਰ ਅਹੂਜਾ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੇਖੋਂ ਦੇ ਕਾਰਜਕਾਰੀ ਦੇ ਮੈਂਬਰ ਨੇਗੇ। ਸਾਡੀ ਪੰਜਾਬ ਦੀ ਸਾਹਿਤਕ ਲਹਿਰ ਦੇ ਵਿੱਚ ਇਹਨਾਂ ਨੇ ਆਪਣਾ ਵੱਡਾ ਨਾਮ ਬਣਾਇਆ ਹੋਇਆ। ਜਦੋਂ ਮੈਂ ਇਹ ਕਿਤਾਬ, ਮੈਂ ਇਹਨਾਂ ਦੀ ਕਵਿਤਾ ਪਹਿਲਾਂ ਪੜ੍ਹੀ ਨਹੀਂ ਸੀ, ਸੁਣੀਆਂ ਸੀਗੀਆਂ। ਪਹਿਲਾਂ ਮੇਰੇ ਕੋਲ ਇਹਨਾਂ ਦੀ ਕੋਈ ਕਿਤਾਬ ਨਹੀਂ ਸੀ। ਇਹ ਕਿਤਾਬ ਜਦੋਂ ਮੇਰੇ ਕੋਲੇ ਆਈ, ਮੈਂ ਇਹਨਾਂ ਦੀਆਂ ਰਚਨਾਵਾਂ ਪੜ੍ਹੀਆਂ ਤਾਂ ਮੈਨੂੰ ਇਹਨਾਂ ਦੀਆਂ ਰਚਨਾਵਾਂ ਦੇ ਵਿੱਚ ਇੱਕ ਵਿਲੱਖਣਤਾ ਨਜ਼ਰ ਆਈ। ਵਿਲੱਖਣਤਾ ਇਹ ਸੀ ਕਿ ਇਹਨਾਂ ਦੀਆਂ ਭਾਵਨਾਵਾਂ ਨੂੰ ਆਪਣੀ ਨੂੰ ਉਜਾਗਰ ਕਰਨ ਵਾਸਤੇ ਇਹਨਾਂ ਦੀ ਕਵਿਤਾ, ਮੈਂ ਸਮਝਦਾ ਇਹਨਾਂ ਦੇ ਮੂਹਰੇ ਆ ਕੇ ਜਿਹੜੇ ਸ਼ਬਦ ਨੇ ਉਹ ਆ ਕੇ ਗਿਰਦੇ ਨੇਗੇ ਤੇ ਇਹ ਉਹਨਾਂ ਨੂੰ ਇਕੱਠੇ ਕਰਦੇ ਰਹਿੰਦੇ ਹੈਗੇ। ਇਹ ਕਿਸੇ ਕਵੀ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈਗੀ ਜਦੋਂ ਉਹ ਬਕਾਇਦਾ ਤੌਰ ਦੇ ਉੱਤੇ ਜਿਹੜੀ ਸੋਚ ਸ਼ਕਤੀ ਦੇ ਜਿਹੜੇ ਉੱਚ ਦਰਜੇ ਹੁੰਦੇ ਨੇਗੇ ਉਹਨਾਂ ਨੂੰ ਪਾ ਚੁੱਕਿਆ ਹੁੰਦਾ। ਜਦੋਂ ਮੈਂ ਇਹਨਾਂ ਦੀਆਂ ਕਿਤਾਬਾਂ ਦੀ ਲਿਸਟ ਪੜ੍ਹੀ ਤਾਂ 8-9 ਕਿਤਾਬਾਂ ਇਹ ਲਿਖ ਚੁੱਕੇ ਨੇਗੇ ਇਸ ਤੋਂ ਪਹਿਲਾਂ, ਆਹ ਕਿਤਾਬ ਤੋਂ ਪਹਿਲਾਂ। ਮੈਂ ਸਮਝਦਾ ਜੋ ਡਾਕਟਰ ਅਹੂਜਾ ਦੀ ਸਾਡੇ ਸਾਹਿਤ ਜਗਤ ਦੇ ਵਿੱਚ ਇੱਕ ਵੱਡੀ ਪਹਿਚਾਣ ਹੋਣੀ ਚਾਹੀਦੀ ਸੀ, ਉਹ ਅਜੇ ਤੱਕ ਨਹੀਂ ਹੋਈ। ਸਾਨੂੰ ਮਾਣ ਆ ਇਸ ਗੱਲ ਦਾ, ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਜਦੋਂ ਤੋਂ ਇਹ ਸਾਡੇ ਨਾਲ ਜੁੜੇ ਹੈਗੇ, ਤਾਂ ਅਸੀਂ ਇਹਨਾਂ ਨੂੰ ਕੇਂਦਰੀ ਸਭਾ ਦੀ ਕਾਰਜਕਾਰਨੀ ਦੀ ਟੀਮ ਦੇ ਵਿੱਚ 1 ਸਾਲ ਪਹਿਲਾਂ ਮੈਂਬਰ ਬਣੇ ਸੀ। ਇਹ ਜੀਵਨ ਮੈਂਬਰ 1 ਸਾਲ ਪਹਿਲਾਂ ਬਣੇ ਸੀ। ਸਿਰਫ ਜਿਹੜੀ ਇਹਨਾਂ ਦੀ ਸੋਚ ਸੀ, ਜਿਹੜੀ ਇਹਨਾਂ ਦੀ ਕਾਰਜਸ਼ੈਲੀ ਹੈਗੀ, ਜਿਹੜੀ ਇਹਨਾਂ ਦੀ ਸਾਹਿਤ ਰਚਨਾ ਦੀ ਇੱਕ ਸ਼ੈਲੀ ਹੁੰਦੀ ਹੈਗੀ ਲੇਖਕ ਦੀ, ਇੱਕ ਉਹਨਾਂ ਦਾ ਪੱਧਰ ਹੁੰਦਾ ਜਿਹੜਾ, ਉਸ ਨੂੰ ਦੇਖਦੇ ਹੋਏ ਹੀ ਇਹਨਾਂ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਕਾਰਜਕਾਰਨੀ ਦਾ ਮੈਂਬਰ ਲਿਆ ਗਿਆ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜੋ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਫੈਸਲਾ ਕੀਤਾ ਕਿਸੇ ਕਾਰਜਕਾਰਨੀ ਦਾ ਮੈਂਬਰ, ਕਾਰਜਕਾਰਨੀ ਦੇ ਮੈਂਬਰ ਦੇ ਪ੍ਰਧਾਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵਿੱਚ ਐ ਚੋਣ ਨਹੀਂ ਹੁੰਦੀ ਹੈਗੀ ਕਿ ਵੋਟਾਂ ਪੈ ਕੇ ਚੋਣ ਹੁੰਦੀ ਹੈਗੀ। ਉੱਥੇ ਚੋਣ ਹੁੰਦੀ ਆ ਬਕਾਇਦਾ ਤੌਰ ਤੇ ਦੇਖ ਕੇ, ਉਹਨਾਂ ਦੇ ਕੰਮ ਨੂੰ ਦੇਖ ਕੇ ਚੋਣ ਹੁੰਦੀ ਹੈਗੀ। ਕਾਰਜਕਾਰਨੀ ਦੇ ਮੈਂਬਰ ਬੜੇ ਠੋਸ ਮੈਂਬਰ ਲਏ ਜਾਂਦੇ ਨੇ ਜਿਨ੍ਹਾਂ ਦਾ ਸਾਹਿਤਕ ਖੇਤਰ ਦੇ ਵਿੱਚ ਵੱਡੇ ਕੱਦ ਹੁੰਦੇ ਨੇਗੇ। ਇਸ ਕਰਕੇ ਮੈਂ ਸਮਝਦਾ ਜੋ ਇਹਨਾਂ ਦੀਆਂ ਕਵਿਤਾਵਾਂ ਨੇਗੀਆਂ ਪੜ੍ਹ ਕੇ ਮੈਂ ਹੈਰਾਨ ਹੋ ਗਿਆ ਕਿ ਇਹਦੀਆਂ ਕਵਿਤਾਵਾਂ ਦੇ ਵਿੱਚ ਜਿੱਥੇ ਪੰਜਾਬੀ ਦਾ ਬਹੁਤ ਵਧੀਆ ਭਾਸ਼ਾ ਇਹਨਾਂ ਨੇ ਵਰਤੀ ਹੋਈ ਹੈਗੀ,
ਤਾਂ ਉੱਥੇ ਮਤਲਬ ਪਾਕਿਸਤਾਨੀ ਕੁਝ ਸ਼ਬਦ ਜਿਹੜੇ ਹੈਗੇ ਤੇਗੇ ਉਹ ਇਹਨਾਂ ਦੀਆਂ ਕਵਿਤਾਵਾਂ ਦੇ ਵਿੱਚ ਹੈਗੇ, ਜਿਹਦੇ 'ਚ ਮੈਂ ਸਮਝਦਾ ਜੋ ਇਹਨਾਂ ਨੇ ਆਪਣੇ ਮਾਤਾ ਪਿਤਾ ਤੋਂ ਸਿੱਖੇ, ਕਿਉਂਕਿ ਇਹਨਾਂ ਨੂੰ ਜਦੋਂ 1947 ਦੀ ਵੰਡ ਹੋਈ ਇਹਨਾਂ ਦੇ ਪਰਿਵਾਰ ਨੂੰ ਪਾਕਿਸਤਾਨ ਦੇ ਵਿੱਚੋਂ ਆਉਣਾ ਪਿਆ। ਇਹਨਾਂ ਦਾ ਜਿਹੜਾ ਜ਼ਿਲ੍ਹਾ ਸੀਗਾ ਪਾਕਿਸਤਾਨ ਦੇ ਵਿੱਚ ਹਜ਼ਾਰਾ ਜ਼ਿਲ੍ਹਾ ਸੀਗਾ। ਹਜ਼ਾਰਾ ਜ਼ਿਲ੍ਹੇ ਦੀ ਬੋਲੀ ਭਾਸ਼ਾ ਦਾ ਅਸਰ ਇਹਨਾਂ ਦੀ ਭਾਸ਼ਾ ਦੇ ਉੱਤੇ ਹੈਗਾ, ਕਿਉਂਕਿ ਬਹੁਤ ਸਾਰੇ ਸ਼ਬਦ ਇਹਨਾਂ ਨੇ ਆਪਣੀਆਂ ਰਚਨਾਵਾਂ ਦੇ ਵਿੱਚ, ਆਪਣੀਆਂ ਕਵਿਤਾਵਾਂ ਦੇ ਵਿੱਚ, ਆਪਣੀਆਂ ਗੀਤਾਂ ਦੇ ਵਿੱਚ ਉਹ ਵਰਤੇ ਹੈਗੇ। ਕਹਿੰਦੀ ਪਾਕਿਸਤਾਨੀ ਲਹਿਜਾ ਮਤਲਬ ਇਹਨਾਂ ਦੀ ਮੈਂ ਜਦੋਂ ਰਚਨਾ ਦੇ ਵਿੱਚੋਂ ਦੇਖਿਆ ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਡਾਕਟਰ ਹੁਜਾ ਦੇ ਬਾਰੇ 'ਚ ਸਾਨੂੰ ਹੋਰ ਦੇਖਣ ਦੀ, ਖੋਜਣ ਦੀ ਲੋੜ ਆ ਗਈ। ਮੈਂ ਇਹਨਾਂ ਦੀ ਰਚਨਾਵਾਂ ਪੜ੍ਹ ਕੇ, ਮੇਰੇ ਕੋਲ ਇਹਨਾਂ ਦੇ ਪਿਤਾ ਜੀ ਦੀ ਕਿਤਾਬ ਸੀਗੀ ਅਣਪ੍ਰਕਾਸ਼ਿਆ ਪੰਜਾਬੀ ਕਵੀ ਕਿਰਪਾਲ ਸਿੰਘ। ਪਰਸੋਂ ਮੈਂ ਰਾਤ ਨੂੰ ਸਾਰੀ ਕਿਤਾਬ ਇਹ ਪੜ੍ਹੀ ਬਾਕਿਓਂ ਪਾਰ, ਤੇ ਮੈਂ ਰਾਤ ਪੜ੍ਹੀ ਅਣਪ੍ਰਕਾਸ਼ਿਆ ਪੰਜਾਬੀ ਕਵੀ ਕਿਰਪਾਲ ਸਿੰਘ ਈਸ਼ਰ। ਜੋ ਇਹਨਾਂ ਦੇ ਪਿਤਾ ਸੀ ਉਹ ਬਹੁਤ ਵੱਡੇ ਲੇਖਕ ਸੀ, ਬੁੱਧੀਜੀਵੀ ਸੀ, ਸਿੱਖ ਚਿੰਤਕ ਸੀ ਬਹੁਤ ਵੱਡੇ ਉਹ। ਇਹਦੇ ਮਾਤਾ ਪਿਤਾ ਦਾ ਜਿਹੜਾ ਆਧਾਰ ਹੈਗਾ ਡਾਕਟਰ ਹੁਜਾ ਦੇ ਦਾ, ਇਹਨਾਂ ਦਾ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਇਹਨਾਂ ਦੀ ਮਾਤਾ ਜੀ ਆਏ ਸੀ ਤੇ ਇਹਨਾਂ ਦੇ ਪਿਤਾ ਜੀ ਵੀ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਆਏ ਸੀਗੇ। ਪਾਕਿਸਤਾਨ ਦੇ ਵਿੱਚ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਹਿੰਦੂਆਂ ਨੇ ਇੱਕ ਫੈਸਲਾ ਕੀਤਾ ਸੀ, ਉਹ ਬ੍ਰਾਹਮਣ ਵੀ ਸੀ, ਉਹ ਖੱਤਰੀ ਵੀ ਸੀ, ਜੋ ਵੀ ਜਿੰਨੇ ਵੀ ਹੈਗੇ ਸੀ, ਕਿ ਆਪਾਂ ਐਡੀ ਵੱਡੀ ਕੁਰਬਾਨੀ ਕੀਤੀ ਹੈਗੀ ਇਹਨਾਂ ਨੇ, ਗੁਰੂ ਸਾਹਿਬ ਨੇ, ਵੀ ਆਪਣਾ ਇੱਕ ਬੇਟਾ ਜਿਹੜਾ ਵੱਡਾ ਬੇਟਾ ਹੋਊਗਾ ਜਿਹੜਾ ਉਸ ਨੂੰ ਗੁਰਦੁਆਰੇ ਚਾੜ ਕੇ ਗੁਰੂ ਦਾ ਸਿੱਖ ਬਣਾ ਲੈਣਾ, ਉਹਦਾ ਨਾਂ ਵੀ ਸਿੰਘ ਰੂਪ ਦੇ ਵਿੱਚ ਰੱਖਣਾਗਾ। ਉਹ ਇੱਕ ਵੱਡੀ ਲਹਿਰ ਚੱਲੀ ਸੀ। ਉਸ ਲਹਿਰ ਦੇ ਵਿੱਚ ਜਿਹੜਾ ਇਹਨਾਂ ਦੀ ਮਤਲਬ ਨਾਨਕਾ ਪਰਿਵਾਰ ਸੀਗਾ, ਉਹ ਵੱਡੇ ਬੇਟੇ ਸੀਗੇ ਆਪਣੇ ਪਰਿਵਾਰ ਦੇ, ਉਹ ਵੀ ਸਿੱਖ ਸਜੇ ਸੀਗੇ, ਸਿੰਘ ਸਜੇ ਸੀ, ਤੇ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਹੁਜਾ ਜੀ ਦੇ, ਉਹ ਵੀ ਸਿੰਘ ਸਜੇ ਸੀ। ਤਾਂ ਉਸ ਦੇ ਵਿੱਚੋਂ ਅੱਗੇ ਜੋ ਇੱਕ ਲਹਿਰ ਚੱਲਦੀ ਹੈ, ਜਿਹੜੇ ਸਿੰਘ ਪਰਿਵਾਰ ਦੇ ਵਿੱਚ ਪੈਦਾ ਹੋ ਗਏ ਅੱਗੇ ਬੱਚੇ, ਉਹਨਾਂ ਅੱਗੇ ਜਿਹੜੀ ਹੈਗੀ ਆ ਸਿੱਖੀ ਦੀ ਜਿਹੜੀ ਲਹਿਰ ਆ ਗਈ ਦੇ ਨਾਲ ਜੁੜ ਗਏ ਉਹ। ਤੇ ਮੈਂ ਸਮਝਦਾ ਸਾਡੀ ਪੁਰਾਤਨ ਸਾਡੇ ਜਗਦੀਪ ਕੌਰ ਹੁਜਾ ਸਾਡੇ ਕੋਲੇ, ਉਹ ਮੈਂ ਸਮਝਦਾ ਮਾਡਲ ਆ ਸਾਡੇ ਕੋਲੇ, ਜਿਹੜਾ ਭਾਰਤ ਦੇ ਵਿੱਚ ਇੱਕ ਵੱਡੀ ਲਹਿਰ ਚੱਲੀ। ਉਸ ਲਹਿਰ ਦੇ ਵਿੱਚੋਂ ਮਤਲਬ ਜਿਹੜੇ ਲੋਕ ਸਿੰਘ ਸਜੇ, ਇਹ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਦੋਨੇ ਮਾਂ-ਬਾਪ ਉਸੇ ਪਰਿਵਾਰ ਦੇ ਵਿੱਚੋਂ ਆਏ, ਦੋਨੇ ਸਿੰਘ ਬਣੇ। ਮਤਲਬ ਮੇਰੇ ਕਹਿਣ ਦਾ ਉਹਦੇ ਵਿੱਚੋਂ ਨਿਕਲ ਕੇ ਇਹਨਾਂ ਨੇ, ਇਹ ਨਹੀਂ ਹੈਗਾ ਵੀ ਆਪਣੇ ਪੁਰਾਤਨਤਾ ਨਾਲ ਜੁੜੇ। ਜੇ ਇਹਨਾਂ ਦੀਆਂ ਆਪਣਾ ਕਿਰਪਾਲ ਸਿੰਘ ਈਸ਼ਰ ਦੀਆਂ ਰਚਨਾਵਾਂ ਦੇਖੀਏ ਆਪਾਂ, ਬਹੁਤ ਮਹੱਤਵਪੂਰਨ ਰਚਨਾਵਾਂ ਨੇ, ਜਿਨ੍ਹਾਂ ਦੇ ਉੱਤੇ ਸਿੱਖੀ ਦੇ ਵਿੱਚ ਮਤਲਬ ਜਿਹੜੇ ਗੁਰਚ ਨੇ ਉਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ, ਉਹ ਸਿੱਖੀ ਦੇ ਸਿਧਾਂਤ ਨੂੰ ਉਹਨਾਂ ਨੇ, ਇਹ ਨਹੀਂ ਹੈਗਾ ਵੀ ਗਾਤਰਾ ਪਾ ਲਿਆ ਤੇ ਮਤਲਬ ਉਹ ਰੱਖ ਲਿਆ, ਦਾੜੀ ਰੱਖ ਲਈ, ਨਹੀਂ, ਉਹਨਾਂ ਨੇ ਸਿੱਖ ਸਿਧਾਂਤ ਨੂੰ ਪੂਰੀ ਤਰ੍ਹਾਂ ਸਮਝਿਆ। ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਆਂਗੇ, ਜਗਦੀਪ ਕੌਰ ਹੁਜਾ ਦੀ ਗੱਲ ਦੇਖਦੇ ਆਂਗੇ, ਆਪਾਂ ਇਹਨਾਂ ਦੀਆਂ ਰਚਨਾਵਾਂ ਦੇਖਦੇ ਆਂਗੇ, ਤਾਂ ਮਤਲਬ ਇਹਨਾਂ ਦੇ ਰਚਨਾ ਕੋਈ ਚੱਕ ਲਓ, ਚਾਹੇ ਕਵਿਤਾ ਚੱਕ ਲਓ, ਚਾਹੇ ਗਜ਼ਲ ਚੱਕ ਲਓ, ਮਤਲਬ ਡੁੱਲ ਪੈਂਦੀਆਂ ਨੇਗੀਆਂ। ਇਹਨਾਂ ਦੀ ਕਵਿਤਾ ਦੇ ਵਿੱਚ ਕਿਤੇ ਸੱਤਾ ਨਹੀਂ ਆ ਰਿਹਾ, ਹਾਲਾਂਕਿ ਕੁਝ ਸ਼ਬਦ ਗਲਤੀਆਂ ਮੈਂ ਮਹਿਸੂਸ ਕੀਤੀਆਂ ਨੇਗੀਆਂ, ਉਹ ਚਲੋ ਐਡੀਆਂ ਗੱਲਾਂ ਜਿਹੜੀਆਂ ਰਹਿ ਜਾਂਦੀਆਂ ਹੁੰਦੀਆਂ ਨੇ, ਮਤਲਬ ਲਾਉਣ ਦੇ ਬਾਵਜੂਦ ਵੀ ਕਈ ਵਾਰੀ ਰਹਿ ਜਾਂਦੀਆਂ ਨੇ, ਕਈ ਵਾਰੀ ਲਿਖਣ ਵਾਲੇ ਤੋਂ ਵੀ ਰਹਿ ਜਾਂਦੀਆਂ ਨੇ। ਪਰ ਉਹਦੀ ਜੋ ਮੈਂ ਸਮਝਦਾ ਗਿਰੀ ਹੁੰਦੀ ਹੈ ਜਿਹੜੀ ਰਚਨਾ ਦੀ, ਸਾਨੂੰ ਰਚਨਾ ਦੇ ਕੇ ਕੀ ਜਾਂਦੀ ਆ, ਸਾਨੂੰ ਰਚਨਾ ਕੀਲ ਕਿਵੇਂ ਕਰਦੀ ਹੈਗੀ, ਸਾਨੂੰ ਸਮਝਾਉਂਦੀ ਕੀ ਆ ਰਚਨਾ। ਜੇ ਮੈਂ ਤੁਹਾਨੂੰ ਸੁਣਾਉਣ ਲੱਗ ਜਾ, ਤੁਸੀਂ ਕਹੋਗੇ ਸੁਣਾਈ ਜਾਓ, ਕਿਉਂਕਿ ਸਮਾਂ ਜਿਹੜਾ ਹੈਗਾ ਉਹਨੂੰ ਬੜੇ ਮੱਦੇ ਨਜ਼ਰ ਰੱਖਦੇ ਹੋਏ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਕਿ ਬਾਗਿਓਂ ਪਾਰ ਨੇ ਇਕੱਲਾ ਮਤਲਬ ਸ਼ਗੀਰ ਤਬਸਮ ਨੂੰ ਨਹੀਂ ਪੰਜਾਬ ਦੇ ਵਿੱਚ ਸਾਨੂੰ ਉਹ ਕਰਾਇਆ ਹੈਗਾ, ਜਾਣੂ ਕਰਵਾਇਆ। ਸਮਾਂ ਇਸ ਕਿਤਾਬ ਨੇ ਡਾਕਟਰ ਜਗਦੀਪ ਕੌਰ ਹੁਜਾ ਨੂੰ ਜਾਣੂ ਕਰਾਇਆ। ਨਾਲ ਮੈਨੂੰ ਇਸ ਗੱਲ ਦਾ ਮਾਣ ਆ, ਜਦੋਂ ਇਹ ਸਾਹਿਤਕ ਹਲਕਿਆਂ ਦੇ ਵਿੱਚ ਕਿਤਾਬ ਜਾਊਗੀ ਤਾਂ ਜਗਦੀਪ ਕੌਰ ਹੁਜਾ ਦੀ ਜੋ ਉਹਦੀ ਕਾਰਜ ਵਿਧੀ ਆ ਗਈ, ਜੋ ਉਹਦੀ ਸੋਚ ਆ ਗਈ, ਜੋ ਉਹਨਾਂ ਦੀ ਰਚਨਾਵਲੀ ਆ ਜਿਹੜੀ ਹੈਗੀ, ਉਹ ਸਾਡੇ ਸਾਹਮਣੇ ਆਊਗੀ। ਕਿਉਂਕਿ ਉਹਨਾਂ ਨੇ ਉਹ ਲਹਿਜਾ ਲਿਆ ਜਿਹੜਾ ਸਾਡਾ ਪੱਛਮੀ ਪੰਜਾਬ ਦਾ ਲਹਿਜਾ ਸੀ, ਇੰਨਾ ਪਿਆਰਾ ਲਹਿਜਾ। ਤਾਂ ਇੱਕ ਉਹਦੇ 'ਚ ਮੈਂ ਇਹਨਾਂ ਦੇ ਪਿਤਾ ਜੀ ਦੀ ਕਿਤਾਬ ਦੇਖੀ, ਉਹਦੇ 'ਚ ਵੀ ਡਿਉਢਾਂ ਲਿਖੀਆਂ ਹੋਈਆਂ ਨੇਗੀਆਂ, ਇਹਨਾਂ ਨੇ ਵੀ ਬਹੁਤ ਸਾਰੀਆਂ ਡਿਉਢਾਂ ਪਾਈਆਂ ਨੇਗੀਆਂ। ਮੇਰੇ ਖਿਆਲ ਦੇ ਮੁਤਾਬਕ ਮੈਂ ਅੱਜ ਤੱਕ
ਕਿਸੇ ਕਿਤਾਬ ਦੇ ਵਿੱਚ ਇਹ ਡਿਉਢਾਂ ਨਹੀਂ ਪੜ੍ਹੀਆਂ। ਇਹ ਸਾਡੇ ਪੱਛਮੀ ਪੰਜਾਬ ਦੇ ਉਸ ਹਜ਼ਾਰਾ ਜ਼ਿਲ੍ਹੇ ਦੇ ਜਿਹੜੇ ਲੋਕ ਨੇਗੇ ਉਹ ਡਿਉਢਾਂ ਲਿਖਦੇ ਸੀ। ਇੰਨੀਆਂ ਕਮਾਲ ਦੀਆਂ ਡਿਉਢਾਂ ਨੇ ਮਤਲਬ ਜਿਵੇਂ ਪਹਿਲੀ ਲਾਈਨ ਦੇ ਵਿੱਚ 20 ਹੋ ਗਏ ਅੱਖਰ, ਅਗਲੀ 'ਚ 12 ਹੋ ਗਏ, ਦੂਜੀ 'ਚ 8 ਹੋ ਗਏ, ਤੀਜੀ 'ਚ 8 ਹੋ ਗਏ। ਇੰਨੀ ਕਮਾਲ ਦੀ ਟਾਕਸ ਕੀਤੀ ਜਾਂਦੀ ਹੈਗੀ ਜਦੋਂ ਮਤਲਬ ਆਪਣੀ ਗੱਲ ਕਹੀ ਜਾਂਦੀ ਹੈਗੀ। ਜਿਸ ਤਰ੍ਹਾਂ ਹੈਕੂ ਦੀ ਮਤਲਬ ਸਾਡੇ 'ਚ ਜ਼ੁਬਾਨ ਦੇ ਉੱਤੋਂ ਆਈ ਸੀਗੀ ਗੱਲ, ਹਾਲਾਂਕਿ ਉਹ ਲਾਗੂ ਨਹੀਂ ਹੋਈ ਹੋਵੇ ਤਾਂ ਜੇ ਆਪਾਂ ਕਹੀਏ ਹੈਕੂ 'ਚ ਕਾਬਲਤਾ ਨਹੀਂ ਹੈਗੀ, ਹੈਕੂ 'ਚ ਵਿਚਾਰ ਭਾਰੂ ਨਹੀਂ ਹੁੰਦਾ ਹੈਗਾ। ਪਰ ਇਹਨਾਂ ਦੀਆਂ ਡਿਉਢਾਂ ਜੇ ਆਪਾਂ ਪੜ੍ਹਨ ਲੱਗ ਜਾਈਏ, ਜੇ ਦੇਖੀਏ, ਮੈਂ ਸਮਝਦਾ ਕਮਾਲ ਦੀ ਨਵੀਂ ਵਿਧਾ ਮੈਂ ਸਾਡੇ ਆਪਣੇ ਪੰਜਾਬ ਦੇ ਵਿੱਚ ਜਿਹੜੀਆਂ ਡਿਉਢਾਂ ਨੇਗੀਆਂ, ਇਹਨਾਂ ਨੇ ਨਵੀਂ ਵਿਧਾ ਮਤਲਬ ਸਾਨੂੰ, ਚਾਹੇ ਉਹ ਪੱਛਮੀ, ਇਹਨਾਂ ਦੇ ਪਿਤਾ ਜੀ ਦੀਆਂ ਵੀ ਡਿਉਢਾਂ ਦੇਖੀਆਂ ਮੈਂ, ਉਹਨਾਂ ਨੇ ਵੀ ਲਿਖੀਆਂ ਹੋਈਆਂ ਨੇ। ਇਹਨਾਂ ਨੇ ਮਤਲਬ ਸਿੰਪਲ ਦੇ ਤੌਰ ਦੇ ਉੱਤੇ ਇਹਨਾਂ ਦੇ ਪਿਤਾ ਦੀਆਂ 10 ਡਾਇਰੀਆਂ ਨੇ, 10 ਦੇ ਤਰੀਕ ਆਪਣਾ ਕਰੀਬ ਕਿਤਾਬਾਂ ਨੇਗੀਆਂ ਜੇ ਛਪ ਸਕਦੀਆਂ ਨੇਗੀਆਂ। ਉਹ ਸਿਰਫ ਉਹਨਾਂ ਦੀ ਇੱਕ ਕਿਤਾਬ ਛਪੀ ਸੀਗੀ ਤੇ ਉਹ ਅਜੇ ਅਣਛਪੀਆਂ ਨੇ। ਪਰ ਇਹਨਾਂ ਨੇ ਉਹਨਾਂ ਦੇ ਸਾਹਿਤ ਦੇ ਵਿੱਚੋਂ ਜੋ ਡਾਇਰੀਆਂ ਇਹਨਾਂ ਦੇ ਕੋਲੇ ਨੇਗੀਆਂ, ਉਹਨਾਂ ਦੀਆਂ ਮਤਲਬ ਕਾਫੀ ਰਚਨਾਵਾਂ ਇਸ ਕਿਤਾਬ ਦੇ ਵਿੱਚ ਪਾਈਆਂ ਨੇਗੀਆਂ, ਜਿਹਦੇ 'ਚ ਕਈ ਡਿਉਢਾਂ ਵੀ ਨੇਗੀਆਂ। ਪਰ ਜਿਹੜੀਆਂ ਡਿਉਢਾਂ ਇਹਨਾਂ ਨੇ ਆਪ ਲਿਖੀਆਂ ਨੇਗੀਆਂ ਉਹ ਬਹੁਤ ਕਮਾਲ ਦੀ ਮੈਂ ਸਮਝਦਾ ਇਹਨਾਂ ਨੇ ਕਲਾਤਮਕਤਾ ਉਹਨਾਂ ਡਿਉਢਾਂ ਦੇ ਵਿੱਚ ਪਾਈ ਹੈਗੀ। ਇਹਨਾਂ ਦੀਆਂ ਜਿਹੜੀਆਂ ਖੁੱਲੀਆਂ ਕਵਿਤਾਵਾਂ, ਛੰਦਬੱਧ ਕਵਿਤਾਵਾਂ ਤੇ ਗਜ਼ਲਾਂ ਮਤਲਬ ਮੈਂ ਸਮਝਦਾ ਇਹਨਾਂ ਦੇ ਵਿੱਚ ਸ਼ਾਮਲ ਨੇਗੀਆਂ, ਕੁਝ ਰਵਾਈਆਂ ਨੇਗੀਆਂ। ਮਤਲਬ ਇਹਨਾਂ ਨੇ ਆਪਣੀ ਕਲਾਤਮਕਤਾ ਦਾ ਪੂਰਾ ਸਬੂਤ ਇਸ ਕਿਤਾਬ ਦੇ ਵਿੱਚ ਦਿੱਤਾ ਗਾ। ਮੈਨੂੰ ਮਾਣ ਆ ਕਿਉਂਕਿ ਇਹਨਾਂ ਦੀ ਕਿਤਾਬ ਕੱਲੀ ਪੜ੍ਹ ਕੇ ਸਵਾਦ ਲੈਣ ਵਾਲੀ ਕਿਤਾਬ ਨਹੀਂ ਹੈਗੀ। ਜਿਹੜੀਆਂ ਕਿਤਾਬਾਂ ਸਵਾਦ ਲੈਣ ਵਾਸਤੇ ਹੁੰਦੀਆਂ ਨੇ ਨਾ, ਉਹ ਕੁਝ ਦੰਦੀਆਂ ਨਹੀਂ ਹੁੰਦੀਆਂ, ਉਹ ਕਲਾ ਲਈ ਹੁੰਦੀ ਹੈਗੀ। ਇੱਕ ਕਲਾ ਲੋਕਾਂ ਲਈ ਹੁੰਦੀ ਹੈਗੀ। ਜਦੋਂ ਕੁਛ ਰਚਨਾ ਪੜ੍ਹਨ ਤੋਂ ਬਾਅਦ ਬੰਦੇ ਨੂੰ ਸੋਚਣ ਲਾ ਦਿੰਦੀ ਹੈ ਕਿਸੇ ਦੀ ਕਹੀ ਹੋਈ ਗੱਲ, ਕਿਤੇ ਲਿਖੀ ਹੋਈ ਗਜ਼ਲ, ਲਿਖੀ ਹੋਈ ਕਵਿਤਾ, ਲਿਖੇ ਹੋਏ ਵਿਚਾਰ ਬੰਦੇ ਨੂੰ ਸੋਚਣ ਲਾ ਦੇਣ, ਚਿੰਤਨ ਕਰਨ ਲਾ ਦੇਣ, ਚਿੰਤਨ ਮਨਨ ਕਰਨ ਲਾ ਦੇਣ। ਉਹ ਅਸਲ ਦੇ ਰੂਪ ਦੇ ਵਿੱਚ ਉਹ ਜਿਹੜੀ ਕਲਾ ਹੁੰਦੀ ਆ ਲੋਕਾਂ ਵਾਸਤੇ ਹੁੰਦੀ ਆ। ਤੇ ਇਹਨਾਂ ਨੇ ਵੀ ਤੇ ਤਬਸਮ ਬਾਦ ਸਾਹਿਬ ਨੇ ਵੀ, ਦੋਨਾਂ ਨੇ ਬਹੁਤ ਸਾਰੀਆਂ ਰਚਨਾਵਾਂ ਇਸ ਤਰ੍ਹਾਂ ਦੀਆਂ ਲਿਖੀਆਂ ਨੇਗੀਆਂ ਜਿਹੜੀਆਂ ਸਾਨੂੰ ਪਾਠ ਆਨੰਦ ਤੋਂ ਆਨੰਦੀ ਪਾਠ ਤੱਕ ਲੈ ਕੇ ਜਾਂਦੀਆਂ ਨੇਗੀਆਂ। ਪਾਠ ਆਨੰਦ ਹੁੰਦਾ, ਕੋਈ ਚੀਜ਼ ਪੜ੍ਹ ਲਈ ਉਹਦਾ ਆਨੰਦ ਆ ਗਿਆ, ਪਰ ਨਹੀਂ, ਜਦੋਂ ਆਨੰਦੀ ਪਾਠ ਤੱਕ ਜਾਂਦੇ ਆ ਆਪਾਂ, ਪਾਠ ਦਾ ਆਨੰਦ ਹੋਣ ਤੋਂ ਬਾਅਦ ਸੋਚ ਕੇ ਉਹਨੂੰ ਆਪਾਂ ਗਹਿਰਾਈ ਦੇ ਵਿੱਚ ਜਾਂਦੇ ਆਂਗੇ। ਉਸ ਤਰ੍ਹਾਂ ਦੀਆਂ ਰਚਨਾਵਾਂ ਇਹਨਾਂ ਦੋਨਾਂ ਨੇ ਲਿਖੀਆਂ ਨੇਗੀਆਂ। ਜਿਨ੍ਹਾਂ ਦੋਨਾਂ ਨੇ, ਉਹਨਾਂ ਨੇ ਵੀ ਕਵਿਤਾ ਲਿਖੀ ਹੈਗੀ, ਉਹਨਾਂ ਦੀ ਵੀ ਖੁੱਲੀ ਕਵਿਤਾ, ਪਾਕਿਸਤਾਨੀ ਕਵਿਤਾ ਦਾ ਵੀ ਸਾਡੇ ਸਾਹਮਣੇ ਇੱਕ ਸਬੂਤ ਆ ਗਿਆ। ਜਦੋਂ ਅਸੀਂ ਦੋਨਾਂ ਨੂੰ ਦੇਖਦੇ ਆਂਗੇ, ਪਾਕਿਸਤਾਨੀ ਪੰਜਾਬ ਦੀ ਕਵਿਤਾ ਤੇ ਭਾਰਤੀ ਪੰਜਾਬ ਦੀ, ਆਪਣੀ ਪੂਰਬੀ ਪੰਜਾਬ ਦੀ ਤੇ ਪੱਛਮੀ ਪੰਜਾਬ ਦੀ ਕਵਿਤਾ ਜੇ ਦੇਖੀਏ ਆਪਾਂ, ਤਾਂ ਉਹਨਾਂ ਦੇ ਵਿੱਚ ਕੁਝ ਫਰਕ ਆ ਰਿਹਾ ਹੈਗਾ। ਫਰਕ ਇਹ ਹੈਗਾ, ਮੈਨੂੰ ਮਹਿਸੂਸ ਹੋਇਆ, ਕਿਉਂਕਿ ਉਂਝ ਵੀ ਮੈਂ ਕਈ ਵਾਰੀ ਸੁਣਦਾ ਰਹਿੰਦਾ ਗਾ, ਬਾਬਾ ਨਜ਼ਮੀ ਤੋਂ ਬਾਅਦ ਜਾਂ ਕੁਝ ਜਿਹੜੇ ਲੇਖਕ ਨੇ ਉੱਥੇ ਪਾਕਿਸਤਾਨ ਦੇ ਵਿੱਚ ਜਿਹੜੇ ਬਹੁਤ ਹੀ ਵਧੀਆ ਲੋਕ ਪੱਖੀ ਸਾਹਿਤ ਦੀ ਰਚਨਾ ਕਰਦੇ ਹੈਗੇ, ਉਹ ਵੀ ਪੜ੍ਹਦੇ ਰਹਿੰਦੇ ਹਾਂ ਅਸੀਂ। ਆਉਂਦਾ ਅੱਜ ਕੱਲ੍ਹ ਸਾਨੂੰ ਕਾਫੀ ਸਾਧਨ ਨੇਗੇ, ਉਹਨਾਂ ਦੀਆਂ ਕਿਤਾਬਾਂ ਵੀ ਆ ਚੁੱਕੀਆਂ ਨੇਗੀਆਂ। ਪਰ ਬਹੁਤੀ ਜਿਹੜੀ ਮਤਲਬ ਜਿਹੜੀ ਕਵਿਤਾ ਜਿਹੜੀ ਹੈਗੀ ਜਾਂ ਉਹਨਾਂ ਦੇ ਕਵੀ ਦਰਬਾਰ ਸੁਣੀਦੇ ਨੇ ਪਾਕਿਸਤਾਨ ਵਾਲਿਆਂ ਦੇ, ਉਹਦੇ 'ਚ ਉਹ ਜਿਹੜੀ ਹੈਗੀ ਆ ਨਾ, ਜ਼ਿਆਦਾ ਇਸ਼ਕ ਮੁਸ਼ਕ ਦੀਆਂ ਜਿਹੜੀਆਂ ਜ਼ਿਆਦਾ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਰਚਨਾਵਾਂ ਆਉਂਦੀਆਂ ਨੇਗੀਆਂ। ਪਰ ਇਹਨਾਂ ਨੇ ਪ੍ਰੋਫੈਸਰ ਸਾਹਿਬ ਨੇ ਬੇਸ਼ੱਕ ਬਹੁਤਾਤ ਉਸ ਤਰ੍ਹਾਂ ਦੇ ਸਾਹਿਤ ਦੀ ਹੈਗੀ, ਪਰ ਉਹਨਾਂ ਨੇ ਬਹੁਤ ਸਾਰੀਆਂ ਗਹਿਰ ਗੰਭੀਰ ਮਤਲਬ ਕਵਿਤਾਵਾਂ ਜਿਹੜੀਆਂ ਆਪਣੀਆਂ ਗਜ਼ਲਾਂ ਨੇਗੀਆਂ ਇਹਦੇ 'ਚ ਲਿਖੀਆਂ ਨੇਗੀਆਂ, ਇਹਦੇ 'ਚ ਆਈਆਂ ਨੇਗੀਆਂ। ਆਪਾਂ ਨੂੰ ਮਤਲਬ ਸਾਡਾ ਪੰਜਾਬੀ ਸਾਹਿਤ, ਪੂਰਬੀ ਪੰਜਾਬ ਦਾ ਸਾਹਿਤ ਤੇ ਪੱਛਮੀ ਪੰਜਾਬ ਦਾ ਜਿਹੜਾ ਸਾਹਿਤ ਹੈਗਾ, ਉਹਦਾ ਸਾਨੂੰ ਤੁਲਨਾਤਮਕ ਅਧਿਐਨ ਕਰਨ ਦਾ, ਦੋਵਾਂ ਦਾ ਤੁਲਨਾਤਮਕ ਅਧਿਐਨ ਕਰਨ ਦਾ, ਸਾਨੂੰ ਉਹਨਾਂ ਦੀ ਭਾਸ਼ਾ ਸਮਝਣ ਦਾ, ਸਾਨੂੰ ਉਹਨਾਂ ਦੇ ਵਿਚਾਰ ਸਮਝਣ ਦਾ, ਸਾਨੂੰ ਉਹਨਾਂ ਦੇ ਬੌਧਿਕ ਪੱਧਰ ਸਮਝਣ ਦਾ, ਦੋਨਾਂ ਲੇਖਕਾਂ ਦੇ ਸਾਨੂੰ ਇੱਕ ਮੌਕਾ ਮਿਲਦਾ ਇਸ ਕਿਤਾਬ ਦੇ ਨਾਲ। ਮੈਂ ਸਮਝਦਾ ਇਹ ਦੋਵੇਂ ਜਿਹੜੇ ਲੇਖਕ ਨੇ ਸਾਡੇ ਬਹੁਤ ਮੁਬਾਰਕਬਾਦ ਦੇ ਹੱਕਦਾਰ ਨੇ। ਇਹਨਾਂ ਨੇ ਵੱਡਾ ਜਿਗਰਾ ਕੀਤਾ ਉਹਨਾਂ ਹਾਲਤਾਂ ਦੇ ਵਿੱਚ ਜਦੋਂ ਸਾਡੇ ਦੇਸ਼ ਦੇ ਮਤਲਬ ਹਾਕਮ ਹਰ ਰੋਜ਼ ਜੰਗ ਦੀਆਂ ਗੱਲਾਂ ਕਰਦੇ ਨੇ। ਗੱਲ ਪਾਕਿਸਤਾਨ ਤੋਂ ਸ਼ੁਰੂ ਹੁੰਦੀ ਹੈਗੀ, ਜਦੋਂ ਮਰਜ਼ੀ ਦੇਖ ਲਓ ਇਹ ਹੋਇਆ, ਇਹ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ। ਸਾਡੇ ਜਿਹੜੇ ਟੀਵੀ ਚੈਨਲ ਨੇਗੇ, ਮੈਂ ਕਹਿਣਾ ਨਹੀਂ ਚਾਹੁੰਦਾ ਉਹਨਾਂ ਬਾਰੇ, ਜਿਹੜੇ ਨੈਸ਼ਨਲ ਟੀਵੀ ਚੈਨਲ ਜਿਸ ਤਰ੍ਹਾਂ ਦਾ ਰਸਤਾ ਫੜਿਆ ਹੋਇਆ, ਮੈਂ ਸਮਝਦਾ ਕਈ ਵਾਰੀ ਤਾਂ ਸਾਨੂੰ ਟੀਵੀ ਮਾਡਲ ਨਾਲ ਹੀ ਸਾਨੂੰ ਬਦਲਣਾ ਪੈਂਦਾ ਉਹਨਾਂ ਨੂੰ, ਜਾਂ ਚੈਨਲ ਨੂੰ ਬੰਦ ਕਰਨਾ ਪੈਂਦਾ। ਇਸ ਤਰ੍ਹਾਂ ਦੀਆਂ ਹਾਲਤਾਂ ਹੋ ਗਈਆਂ।
ਕੋਈ ਖਬਰ ਨਹੀਂ ਦਿੱਤੀ ਜਾ ਰਹੀ, ਬਣੀਆਂ ਬਣਾਈਆਂ ਖਬਰਾਂ ਆ ਰਹੀਆਂ ਨੇਗੀਆਂ। ਪਰ ਜੋ ਮਤਲਬ ਸਾਡਾ ਪ੍ਰਚਾਰ ਕੀਤਾ ਜਾ ਰਿਹਾ, ਹਰ ਰੋਜ਼ ਮਤਲਬ ਸਾਡੇ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਦੁਸ਼ਮਣੀ ਦੀ ਲਾਈਨ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਦੋਨਾਂ ਮੁਲਕਾਂ ਦੇ ਲੋਕ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹੈਗੇ। ਉਹ ਚਾਹੁੰਦੇ ਆ ਵੀ ਅਸੀਂ ਮਿਲੀਏ, ਜੱਫੀਆਂ ਪਾਈਏ, ਇੱਕ ਦੂਜੇ ਨਾਲ ਪਿਆਰ ਕਰੀਏ। ਉਹ ਨਫ਼ਰਤ ਵਾਲੇ ਲੋਕ ਜਿਹੜੇ ਨਫ਼ਰਤ ਫੈਲਾ ਰਹੇ ਨੇਗੇ, ਮੈਂ ਸਮਝਦਾ ਇਹਨਾਂ ਦੋਨਾਂ ਲੇਖਕਾਂ ਨੇ ਉਹ ਪਿਆਰ, ਉਹ ਖੁਸ਼ਬੂ ਸਾਡੇ ਤੱਕ ਭੇਜੀ ਹੈਗੀ ਇਸ ਕਿਤਾਬ ਦੇ ਰੂਪ ਦੇ ਵਿੱਚ ਕਿ ਅਸੀਂ ਦੋਨਾਂ ਪੰਜਾਬਾਂ ਦੇ ਲੋਕ ਲੜਨਾ ਨਹੀਂ ਚਾਹੁੰਦੇ। ਸਾਡਾ ਸੱਭਿਆਚਾਰ ਇੱਕ ਆ, ਸਾਡਾ ਵਿਰਸਾ ਇੱਕ ਆ, ਸਾਡੀ ਭਾਸ਼ਾ ਇੱਕ ਆ, ਸਾਡੀ ਬੋਲੀ ਇੱਕ ਆ, ਸਾਡੇ ਗੀਤ ਇੱਕ ਨੇਗੇ, ਸਾਡੀਆਂ ਲੋਰੀਆਂ ਇੱਕ ਨੇਗੀਆਂ। ਸਾਡਾ ਕੀ ਇੱਕ ਨਹੀਂ ਹੈਗਾ ਜੇ ਆਪਾਂ ਦੇਖੀਏ। ਮਤਲਬ ਮੈਂ ਸਮਝਦਾ ਕਿ ਉਹ ਖੁਸ਼ਬੂ ਭਰੀ ਮਹਿਕ ਸਾਡੇ ਪੰਜਾਬੀ ਸਾਹਿਤ ਦੇ ਵਿੱਚ ਵੀ ਆਈ ਹੈਗੀ ਤੇ ਪਾਕਿਸਤਾਨ ਦੇ ਵਿੱਚ ਵੀ ਜਾਊਗੀ। ਇਹ ਦੋਨੇ ਜਿਹੜੇ ਲੇਖਕ ਨੇਗੇ ਬਹੁਤ ਬਹੁਤ ਮੁਬਾਰਕਬਾਦ ਦੇ ਹੱਕਦਾਰ ਨੇ। ਮੈਂ ਇਹਨਾਂ ਨੂੰ ਮੁੜ ਫੇਰ ਵਧਾਈ ਦਿੰਦਾ। ਬਹੁਤ ਬਹੁਤ ਧੰਨਵਾਦ। बहुत बहुत धन्यवाद पवन हरचंद जी। बहुत व्याख्या भरपूर इन्होंने शब्द हूँ मैं बेनती कराँगा हरफन फौला हरफन मौला डॉक्टर मोहम्मद रफी जी को वो भी अपने विचार किताब के उपर जरूर भेज। मोहम्मद रफी जी। करो दरिया न पुल मसमार साडे, करो दरिया न पुल मसमार साडे, अजे कुछ लोग ने उस पार साडे। करो दरिया न पुल मसमार साडे, अजे कुछ लोग ने उस पार साडे। इधर उधर कुछ लोग कुछ यादां, वो पीढ़ियां तो खत्म हो गई, पर वो यादां जिहड़ियां ने वो अज भी व्यवस्था ने। तो मैं सब तो दिली जो मैनू एक किताब मिली, मैं वो खुश नसीब हाँ कि ये किताब मैं अखर अखर पढ़ी है। बहुत वधिया लग्या। वैसे तो कोई गुंजाइश नहीं छड्डी, पवन जी ने कोई गुंजाइश नहीं छड्डी। बड़े वधिया विचार ये लोगों लिए प्रदान होंगे। पंजाबी साहित्य सभा सिखों दे मेरे लिए ये पवन है, मेरा दोस्त है, मेरा क्लास फेलो है ते बहुत वधिया वड्डी शख्सियत के मालक ने ते अज अपने विस्तारपूर्वक विचार जिहड़े इन्होंने दिते। तो इस तो इलावा मैं मैडम परमिंदर कौर उन्होंने भी मतलब मुबारकबाद दिंदा हाँ कि इस साहित्यिक गोष्ठी में, क्योंकि डॉक्टर जगदीप कौर आहूजा तुहाडे परिवार का एक हिस्सा ने, इस करके तुसीं परिवार दे विच शामिल हो। तो इसके लिए जी आया आखदा हाँ ते नाल उम्मीद करदा हाँ कि तुसीं इसे तरह पंजाबी वर्ग नूं नवाजते रहोगे। दूजी गल है कि साथियों हाथ बढ़ाओ कि हैं हम आज भी एक, साथियों हाथ बढ़ाओ कि हैं हम आज भी एक, कौन कर सकता है तकसीम अदब की जागीर। साहित्यिक साझा जिहड़ियां ने उन्होंने वंडिया नहीं जा सकता। मैं वो खुश नसीब हाँ जिसने फैज़ अहमद फैज़ भी पढ़िया, जिसने अहमद नदीम कासमी भी पढ़िया, जिसने मुनीर न्याजी भी पढ़िया, जिसने साहिर भी पढ़िया। इस तो इलावा मेरा ख्याल है वो लहरां सारियां जिहड़ियां ने, मेरे एक स्टूडेंट ने PhD की है पंजाबी ते उर्दू दी तरक्की पसंद लहर, जदीद लहर, माँ बाप जदीद, वजूदियत, साफ सारे ये गल्लां जिहड़ियां ने मेरी नज़रां चों गुजरियां ने। एक गल मैं जरूर मैं भुल जावांगा, मैं तुसीं पेपर पढ़िया सर, मेरी एक बेनती है सर, तुसीं हल्का जिहा इशारा कीता सी किसी भी भाषा नूं किसी भी भाषा तो कोई खतरा नहीं, किसी भी भाषा नूं किसी भी भाषा तो कोई खतरा नहीं। कि मगरबी पंजाब के लोग इस गल की मुबारकबाद नहीं कि उन्हों का जिहड़ा पेपर वर्क है उर्दू के विच हो रहा है तो वो पंजाबी कितनी शान और शौकत के नाल बोल रहे हैं, तुसीं सोच भी नहीं सकते। वो लोग ये कह रहे हैं कि तुसीं पंजाबी का सर लहजा देखो पाकिस्तान की कि थल्ले रहणगे हड़ मुसीबतां दे। जे इधर मतलब जिन्होंने कहने भी चढ़ते पंजाब के जे सुरजीत पात्रे ये गल आखते कि खूब ने ये झांजना छनकन लई पर कोई चाह भी कदे नचन लई। वो आख रहे ने कि ठल्ले रहणगे हड़ मुसीबतां दे, सीना तान के जरा खलो ते सही।
थल्ले रहणगे हड़ मुसीबतां दे, सीना तान के जरा खलो ते सही, मंजिल रामां दी धूड़ विच लुकी हुई है, तू मुसाफर होए अगे हो ते सही। पिछे रहन वाले पिछे रह जाते, उठकर हिम्मत होए वेला आखदाई, लखां बूहे उम्मीदां दे खुल जाते, ना उम्मीदी वाला बूहा टो ते सही। ये मैडम डॉक्टर जगदीप कौर आहूजा ते प्रोफैसर सजीत तबस्सुम ने मेरा ख्याल है उम्मीदां दे लखां बूहे खोले ने, बहुत वधिया उपराला। और दूजी गल मेरा ख्याल है अजे मैं सोच ही रहा सी कि मैं मेरी किताब दे विच अपना एक शेर, मेरे उस्ताद जी बैठे मौजूद ने, उन्होंने इस गल का पता है, डॉक्टर नवार आज़म जिन्हों की ज़ाते ग्रामी उर्दू साहित्य विच पंजाबी विच किसी तारुफ की मोहताज नहीं, मेरे उस्ताद ने। तो मैं क्या सी कि हमने भी अपने आप को इतना बदल दिया, हमने भी अपने आप को इतना बदल दिया जितना कि वक्त ने तेरा चेहरा बदल दिया। हमने भी अपने आप को इतना बदल दिया जितना कि वक्त ने तेरा चेहरा बदल दिया। अरे सोचा ही था कि घर हो तेरे घर के सामने, सोचा ही था कि घर हो तेरे घर के सामने, लोगों ने सारे शहर का नक्शा बदल दिया। सर मैं एक दिन बैठ के सोचा सी भी यार एक किताब कटा, किताब वो सीरियल बनावा सर, पर शुरुआत तो हो चुकी है, बाब अव्वल तो निकल चुके हैं। मैं सोचा सी किताब का टाइटल कि दो मुल्क दो रंग, पर एक किताब का जो टाइटल है एक तो भी सोना है, बाकियों बार बार सोना टाइटल है, बहुत सोना टाइटल है। मैं सोचा सी कि दो मुल्क दो रंग, ਉਹਦੇ ਵਿੱਚੋਂ ਇੱਕ ਸ਼ਾਇਰ ਉੱਧਰਲਾ ਚੱਕੀਏ ਤੇ ਇੱਕ ਸ਼ਾਇਰ ਇੱਧਰਲਾ ਚੱਕੀਏ। ਇਹ ਮੈਂ ਦਾਅਵੇ ਨਾਲ ਕਹਿਣਾ, ਮੇਰੇ ਦੋਸਤ ਨੇ ਮੈਡਮ ਜੀ, ਇਹਦੇ ਤੇ ਮੈਂ ਐਮਫਿਲ ਕਰਵਾਵਾਂਗਾ, ਕੰਪੈਰੇਟਿਵ ਸਟੱਡੀ ਹੋਏਗੀ, ਕਿਉਂਕਿ ਤੁਸੀਂ ਵੀ ਢੇਰ ਕਿਤਾਬਾਂ ਲਿਖੀਆਂ ਨੇ, ਉਹਨਾਂ ਨੇ ਵੀ ਢੇਰ ਕਿਤਾਬਾਂ ਲਿਖੀਆਂ ਨੇ। ਵੈਸੇ ਬੇਸਿਕਲੀ ਉਰਦੂ ਦੇ ਅਧਿਆਪਕ ਨੇ, ਪੰਜਾਬੀ ਦੇ ਵਿੱਚ ਬਹੁਤ ਸੋਹਣਾ ਲਿਖਦੇ ਨੇ, ਮਤਲਬ ਪ੍ਰੋਫੈਸਰ ਸਜੀਦ ਤਬੱਸੁਮ। ਤੇ ਦੂਜੀ ਗੱਲ ਇਹ ਹੈ, ਇੱਕ ਹੋਰ ਫਿਰ ਮੈਂ ਛੋਟੀ ਛੋਟੀ ਜਿਹੀ ਗੱਲ, ਮੈਂ ਆਪਣੇ ਦਿਲ ਦੀ ਗੱਲ ਕਹਿ ਦੇਵਾਂ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਨੇ ਹਜ਼ਾਰ ਸ਼ਬਦ ਉਰਦੂ ਔਰ ਫਾਰਸੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਨੇ। सर मेहरबान साहिब मेहरबान, तू काहे डोले प्राणियां तुद लाके दा सिर जहार, जिन पैदाइश तू किया सोई दे आधार, जिन पाई बेदी सोई करता सार, कट कट मालिक दिला का सच्चा, पर कुदरत कीन ना जानिए वड्डा बेपरवाह बेपरवाह, कर बंदे तू बंदगी जिचर कट मिसा, तू सम्राट अकथ गोचर, जियो पिंड ते रास रहम तेरी सुपाया, सदा नानक की रहम तेरी सुपाया। तुसी देखो बख्शनहार परवरदिगार दिस में दैट पर अगे ने मेरी बेइज्जती है सर, किसी भाषा ने सर, किसी भी भाषा तो कोई खतरा नहीं, आओ रल मिल के भाषावां दे शब्द अपना के। तुसीं इमेजिन करो, मेरी किताब पवन जी मैं तुहानूं पहुंचा दांगा, 7 वॉल्यूम दे विच मैं लिखी, ते मैं पंजाबी दे एक कवि तो मुतासर होया सी, जिन्हें उन्हें शब्द इस्तेमाल किया सी अंग्रेजी का। अब्बास मिर्जा लिखता है, तुहाडे तक गल पहुंच गई होएगी, अब्बास मिर्जा लिखता है कि खूब ने नहीं, अब्बास मिर्जा लिखता है कि मर्सिडीज भी कोल खड़ी सी, मर्सिडीज भी कोल खड़ी सी, पर उसने तांगे बह के तांगा सोना कर दिता। मर्सिडीज भी कोल खड़ी सी, पर उसने तांगे बह के तांगा सोना कर दिता। सर ये बैंतां सीगियां, मैं उन्हें बैंतां कहना। तुसीं इमेजिन करो, इस दो मिसरियां ने मैनूं इन्ना मुतासर किया कि मैं इस मिसरियां तो मुतासर होकर सर अज मेरी किताब सतरंगियां डोरां 7 वॉल्यूम दे विच मौजूद है। सर तुसीं इमेजिन करो, ओदी तुसीं देखो, ओदी ਬੰਤਰ ਵੇਖੋ जी कि रफ़ी मुहम्मद किसी की पौड़ी क्यों चढ़ीए, साड़ी छत तो भी तारे दिसते हैं। रफ़ी मुहम्मद तू बदलों की हिम्मत वेख, तू बदलों की हिम्मत वेख, चक समुंदर असमानी जा वड़ते ने। रब्बा सानू धीआं भावें किन्नियां दे, रब्बा सानू धीआं भावें किन्नियां दे, पर उन्हां दी किस्मत चंगी लिखदे नहीं। ये देखो रब ने जिन्हों की किस्मत चंगी लिखी है, वो 2 धीआं तो पंजाब दियां साडे कोल मौजूद नहीं, तो असीं उम्मीद करांगे। तो दूजी गल ये किताब की जो गल है मैडम जी, मैं तुहानूं ये किताब के विचों बहुत सारिया समानतावां कुछ असमानतावां दोनों कवियों के विच मौजूद हैं। प्रोफैसर सजीद तबस्सुम जो लिखते हैं ना सर, वो रवानी च लिखते हैं, तो मैडम जो लिखते हैं ये जज्बाती होकर लिखते हैं, ये जज्बाती होकर लिखते हैं। और मैं जो अध्ययन किया तो बिल्कुल पवन जी मैं तुहाडे नाल सहमत हाँ, इस गल नाल पूरा सहमत हाँ। मैडम जगदीप जी की
जिसमें खाकी विच इन्हां दे जिसमें खाकी विच एक नज़म आफरी रूह है। इन्हां दे अंदरों कविता उपज होंदी है, और जदों कविता अंदरों उपज होंदी है ना, फिर वो छंदाबंदी के नियमां की परवाह नहीं करती। फिर जो कुछ आउंदा है फिर एज इट इज़ आउंदा है। मेरा सैमीनार सीगा पटियाले, एक बंदे ने की करता, बैठा है बंदा, उन्हें गज़ल पढ़ी तो उस्ताद शायर बैठे सीगे, उन्होंने वह मिसरा जिहड़ा सीगा वो बहर च करता। वो जदों वो रोक के कहते, उस्ताद जी मैं तुहाडी इज्जत करदा, पर ये मेरा बच्चा है, इस बच्चे नाल छेड़छाड़ करने का तुहानूं कोई अधिकार नहीं। यस यार, जदों कोई कवि जदों दिलों टिड्डों लिखदा है ना सर, वो मन ही नहीं सकता, बिल्कुल नहीं मन सकता। इस करके ये जिहड़ियां दोवें रंग ने सर, ये रवानी ते जज्बात के रंग ने, ते एक टिड्डों निकले रंग ने। ते ये आवाज़ है, मैं सर बस 1 मिनट 2 मिनट बोल लवांगा। आवाज़ है हज़ारा सिंह मुश्ताक ने गल कही सी कि मतलब कि सांझा वाली गल की सी हज़ारा सिंह मुश्ताक ने। ਉਹਦੇ ਵਿੱਚ ਇਹ ਹੈਗਾ कि सांझ इधर सांझ भाई मरदाने ਦੇ ਨਾਲ ਇੱਧਰ नानक पातशाह है ज़हरदीप साडा, रब वांग फरीद नूं पूजते हाँ, अर्जन गुरु साडा मियां मीर साडा। बुल्ले शादियां काफियां गा गा के हुंदा इश्क हकीकी परवान इत्थे, जलसा किसी प्रकार का होवे भावें वारिस शाह दी हीर प्रधान इत्थे। हाले तेक दी तड़पदी दिलां अंदर देश प्यार दी सांझी उमंग दिसे, सांझे खून दे झलकदे रंग विखे, जिसम वखरे वखरे होण भावें। साडी जिसम साडी साडी जान साडी, गीत लोड़ियां साडे जुबान साडी। अरे ऐदा गुल खिडाए सयाद जालम, साडे प्यार दा बाग उजाड़ दिता। तीली इस तरह लाई बेदर्द वैरी लखां वसदे घरां साड़ दिता। कुत्ते कां जब जान बिना परमट मर्जी नाल खुले फेरा पा सकते, अशरफुल मखलूक इंसान होरी ना ही आ सकते ना ही जा सकते। गंढ टुटियां दिलां नूं लाउण वाले, सीना चाक इधर सीना चाक उधर, तां दरसती जिन्हां दे दिलां अंदर हन मुश्ताक इधर ते मुश्ताक इधर उधर। इस नाल मेरी बेनती है, हिम्मत ना हारियो, लियाओ मैनू पंजाबी दे कवि दिओ, मैं तुहानूं पाकिस्तान दे कवि दन्ना। आओ रल मिल के MPhil करिए, PhD करिए, एक नवे चैप्टर का आगाज़ करिए जिद्दां मैडम जगदीप जी ने कीता। बहुत बहुत शुक्रिया। शब्दां दे समंदर डॉक्टर मोहम्मद रफी नहीं मुकते शब्द, इन्होंने को बहुत ही हुसैन शब्द है। होर जी करता भी सुनी जाइए पर समा मजबूर कर दिंदा किसी ने, यार हूँ तो बस कर। हुण समय के हिसाब के नाल कुछ माफ़ी चाहांगे। सिर्फ 3 विचार पुराने हैं साढ़े पास। डॉक्टर जगदीप कौर जी, अजर जी, प्रोफेसर परमिंदर मंडेल जी। उस तो पहला डॉक्टर के शर्मा जी, थानू सगीर तबस्सम जी का जो मैसेज है पाकिस्तान के जोड़े शायर हैं उन्हों का मैसेज थानू सुनाएंगे। डॉक्टर जगदीप कौर आहूजा जी बारे भी सहत सभा मलेरकोटला कुछ शब्द थानू दसे। डॉक्टर के शर्मा जी। सब तो पहला तो मैं मुबारकबाद दूंगा साढ़े बड़े भैन जी डॉक्टर जगदीप कौर जी नूं, जिन्होंने एक यह जिहा उपराला किया है कि साडा दोवें पंजाबां दा सिर उच्चा किया दोनों लेखकां ने। उहदे लई ताड़ी तां चाहीदी है। इकट्ठे किया इन्होंने बहुत ही वधिया उपराला, और मैनू बहुत घट टाइम मैं लूँगा क्योंकि असी ही फंक्शन नूं नेपरे भी चाढ़ना तो शुरू भी किया है। मैं
ਉਧਰੋਂ ਪਾਕਿਸਤਾਨ ਤੋਂ ਸਾਡੇ ਸਗੀਰ ਤਬਸਮ ਜੀ ਵੱਲੋਂ ਜੋ 2 ਸ਼ਬਦ ਸਾਡੀ ਇਸ ਮਹਿਫਿਲ ਨੂੰ ਉਹਨਾਂ ਨੇ ਭੇਜੇ ਨੇ ਤੇ ਕਿਤਾਬ ਬਾਰੇ ਭੇਜੇ ਨੇ, ਮੈਡਮ ਬਾਰੇ ਭੇਜੇ ਨੇ, ਉਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ। अस्सलाम वालेकुम जी, सत श्री अकाल, आदाब। मैं हाँ सगीर तबस्सुम, लहंगा पंजाब पाकिस्तान तो जी बहुत ही खुश हाँ, बहुत ही ज़्यादा ममनून भी हाँ डॉक्टर जगदीप कौर आहूजा होरां दा ते जितने भी पंजाब इधरले पासे ते पूरी दुनिया च प्यार करन वाले। बहुत चंगा लगता है कि जिस वेले असी एक दूसरे दे नाल गलबात करते हाँ, डॉक्टर जगदीप कौर आहूजा होरां ने एक ख्वाब देखा, उस ख्वाब का उसकी तोड़ निभाने लिए उन्होंने फिर मेहनत की थी। बहुत खूबसूरत शायरी में एक किताब की शक्ल दी जिसका नाम है वाग्यों आर पार। तो मैं खुशबख्त हाँ कि उन्होंने मेरा इंतखाब किया कि तुसी ते असी मिल के एक किताब छपवाने हैं। मतलब है कि मेरा कलाम सी, उन्होंने कुछ कलाम तो वो उधरले पासों छपया। तो ये पहले ही मैं बड़ा मैनू मेरे लिए तो मान की गल सी ना कि डॉक्टर जगदीप कौर आहूजा होरियां दी पहले बहुत सारिया किताबां जिस नसर भी है, शायरी भी है, शायरी दे विच नज़म भी, गज़ल भी, बोली भी, माइए भी, टप्पे भी, इन्हां दा हर रंग है सी। ते जिस वेले किताब सामने आई, इहदा नाम भी डॉक्टर जगदीप कौर आहूजा ने मुंतखब किया। उस तो बाद इस किताब की जिहड़ा तरतीब है, उसकी जितनी भी उसकी तमाम जरूरियात लाजमात में इन्होंने ही पूरा किया। तो बहुत वधिया लग्या, बहुत ही खुशी की गल है कि इतनी खूबसूरत शायरी जिहड़ी है सी वो एक किताब की शक्ल च आ गई। तो उहदे विच इस माड़े जे बंदे नूं सगीर तबस्सुम नूं भी एक थां लभी। तो बहुत बहुत बधाई, बहुत बहुत मुबारक होवे, क्योंकि शेर नूं तखलीक करना आसान काम नहीं है। असां इंज नहीं लिखते दुखां नूं, पहले सुरत गवानी पैंदी है, एक अख नूं लोरी देने आ, एक अख जगानी पैंदी है। कई रातां कोट के पीने आ, कदी मरने आ कदी जीने आ, फिर सोच बुलारे खांदी है, कदी तारियां ते जा बहंदी है, कदी मोरां वांगर नचदी है, कदी ठर जाती है सुफने वांगर। नज़म लंबी हो जाएगी, लेकिन गल है कि जो इन्होंने लिखा है वो एवं नहीं लिखता, वो बहुत मेहनत करनी पई है। मैं सल्यूट पेश करना, खराज तहसीन पेश करना डॉक्टर जगदीप कौर आहूजा नूं ते सारे प्यार करने वाले भैन भरावां नूं ते जितने भी पड़ियार ने उन्होंने। सगीर तबस्सुम, लहंगा पंजाब पाकिस्तान, सब दोस्त जिउंदे रहन, वसदे रहन जी। ये सन सगीर तबस्सुम जी, और कुछ शब्द मैं जगदीप कौर जी बारे, वैसे तो काफ़ी विस्तार च केंद्रीय पंजाबी लेखक सभा सेखों के प्रधान पवन हरचंदपुरी जी, सुखदेव वालख जी ते रफ़ी साहब ने भी काफ़ी शब्द बोल चुके हैं, मगर मैनू लगता है कि कुछ थोड़ा बहुत जो जगदीप कौर जी बारे कहा जा सकता है उन्होंने मैं होर थोड़ा संखेप के विच कर दिता है, तो वो मैं पढ़न जा रहा। जगदीप कौर जी की पढ़ाई इन्हों पढ़न तो बाद, क्योंकि मैं पहला जो कुछ बोल चुकिया वो मैं अपने वो चों मनफी कर रहा। 2005 तो जगदीप कौर आहूजा जी ने जो रचना लिखन का शौक शुरू हो गया सी। इन्हां दे प्रेरणा स्रोत पद्म श्री सुरजीत पात्र अते गज़ल गो श्री राम अर्श रहे हैं। इन्हां दा पहला काव्य संग्रह खोल किवाड़ पंजाबी साहित्य अकादमी चंडीगढ़ वालों 2008 में रिलीज़ किया गया सी। इन्हां दियां हुण तक प्रकाशित रचनावां आसा दी बात, खोज निबंध 2005, खोल किवाड़ 2008, काव विच विद्रोह, खोज प्रबंध कानी कसक 2011, परवाजे पंख 2011, आसा दी वार दा सिरजनात्मक गौरव खोज पुस्तक 2015, शामो शहर उर्दू हिंदी गज़ल 2016, समीर संदली गज़ल संग्रह 2017, ड्योडा जिन्हों की जिक्र पवन हरचंदपुरी जी भी करके गए ने, जगदीप दियाँ ड्योडा 2020
ਅਣ ਪ੍ਰਕਾਸ਼ਿਆ ਪੰਜਾਬੀ ਕਵੀ ਕਿਰਪਾਲ ਸਿੰਘ ਈਸ਼ਰ, ਇਹਨਾਂ ਦਾ ਵੀ ਜ਼ਿਕਰ ਪਵਨ ਹਰਚੰਦਪੁਰੀ ਜੀ ਨੇ ਇਹਨਾਂ ਦੇ ਪਿਤਾ ਜੀ ਦਾ ਵੀ ਜ਼ਿਕਰ ਕੀਤਾ। ਖੋਜ ਪੁਸਤਕ ਸੀ 2021 ਚ। ਅਤੇ ਅੱਜ ਜਿਸ ਨੂੰ ਅਸੀਂ ਜਿਸ ਦੀ ਘੁੰਡ ਚੁਕਾਈ ਅਸੀਂ ਕਰ ਰਹੇ ਹਾਂ, ਸਾਨੂੰ ਮਾਣ ਪ੍ਰਾਪਤ ਹੋ ਰਿਹਾ ਹੈ ਕਿ ਸਾਰੇ ਆਏ ਹੋਏ ਹਾਂ, ਉਹਦਾ ਨਾਮ ਹੈ ਬਾਗਿਓ ਆਰ ਪਾਰ, ਜਿਸ ਦੀ ਘੁੰਡ ਚੁਕਾਈ ਅਸੀਂ ਕੀਤੀ ਹੈ। ਹੁਣ ਇਹਨਾਂ ਦਾ ਖਾਸ ਅਤੇ ਮਾਣ ਤੇ ਸਨਮਾਨ ਜਿਹੜਾ ਸਿਲਵਰ ਜੁਬਲੀ ਜਿਹੜੇ ਇਹਨਾਂ ਦੇ ਸਨਮਾਨ ਮਿਲੇ ਨੇ ਉਹਨਾਂ ਬਾਰੇ ਮੈਂ ਜਾਣਕਾਰੀ ਦੇਣ ਲੱਗਿਆ ਸੰਖੇਪ 'ਚ। ਸਿਲਵਰ ਜੁਬਲੀ ਸਨਮਾਨ ਗੁਰੂ ਗੋਬਿੰਦ ਕਾਲਜ ਸੰਘੇੜਾ, ਸਿਲਵਰ ਜੁਬਲੀ ਸਨਮਾਨ ਗੁਰੂ ਗੋਬਿੰਦ ਸਟੱਡੀ ਸਰਕਲ ਲੁਧਿਆਣਾ, ਸੁੱਚੇ ਸੁਰਾਂ ਦੇ ਸ਼ਬਦਾਂ ਦੇ ਸਾਧਕ ਮਾਲਵਾ ਸਾਹਿਤ ਸਭਾ ਬਰਨਾਲਾ, ਬੈਸਟ ਨੌਲੇਜ ਅਵਾਰਡ ਪੰਜਾਬੀ ਯੂਨੀਵਰਸਿਟੀ ਪਟਿਆਲਾ, ਇਸਤਰੀ ਚੇਤਨਾ ਸਨਮਾਨ ਅਵਾਰਡ ਵਿਰਾਸਤੇ ਗਾਓ ਸੱਚੀ ਬਾਣੀ ਸਨਮਾਨ ਜੀਵਨ ਗੌਰਵ ਸਨਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ 2022 ਵਿੱਚ ਸਨਮਾਨਿਤ ਹੋ ਚੁੱਕੇ ਹਨ। ਇਸ ਤੋਂ ਬਾਅਦ ਡਾਕਟਰ ਜਗਦੀਪ ਕੌਰ ਜਹੂਜਾ ਜੀ ਨੇ ਵਿਦਿਅਕ ਖੇਤਰ ਵਿੱਚ ਵੀ ਬਹੁਤ ਮਾਣ ਸਨਮਾਨ ਜੋ ਕੰਮ ਕੀਤੇ ਹਨ। 1981 ਤੋਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਮੁਖੀ ਪੰਜਾਬੀ ਵਿਭਾਗ ਸੇਵਾ ਨਿਭਾਉਂਦੇ ਹੋਏ 2018 ਵਿੱਚ ਬਤੌਰ ਪ੍ਰਿੰਸੀਪਲ ਉੱਥੋਂ ਹੀ ਇਹ ਰਿਟਾਇਰ ਹੋਏ। ਹੁਣ 2018 ਤੋਂ ਹੀ ਤਾਰਾ ਵਿਵੇਕ ਕਾਲਜ ਗੱਜਣ ਮਾਜਰਾ, ਜਿਨ੍ਹਾਂ ਦੇ ਵਿੱਚ ਸਾਡੇ ਬੈਠੇ ਨੇ ਮੈਡਮ ਪ੍ਰਵਿੰਦਰ ਜੀ ਕੌਰ ਮੰਡੇਰ, ਜਿਨ੍ਹਾਂ ਦੇ ਪ੍ਰਧਾਨਗੀ ਦੇ ਵਿੱਚ ਇਹ ਫੰਕਸ਼ਨ ਹੋ ਰਿਹਾ, ਜਿਹੜੇ ਚੀਫ ਗੈਸਟ ਨੇ ਸਾਡੇ, ਉਹਨਾਂ ਦੇ ਹੀ ਕਾਲਜ ਦੇ ਵਿੱਚ ਇਹ ਅੱਜ ਹੁਣ ਵੀ ਉੱਥੇ ਹੀ ਲੱਗੇ ਹੋਏ ਨੇ, ਰੈਗੂਲਰ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾ ਰਹੇ ਹਨ। ਆਪਣੇ ਕਾਲਜ ਅਤੇ ਵਿਦਿਆਰਥੀਆਂ ਵਿੱਚ ਸਨਮਾਨਯੋਗ ਪ੍ਰਾਪਤੀਆਂ ਲਈ ਯੋਗਦਾਨ ਪਾ ਰਹੇ ਹਨ। ਹੁਣ ਕੁਝ ਖਾਸ ਜੋ ਮੈਂ ਕੁਝ ਰਹਿ ਗਿਆ ਸੀ ਉਸ ਨੂੰ ਪੂਰਾ ਕਰਨ ਜਾ ਰਿਹਾ, ਕਿਉਂਕਿ ਹਰ ਬੰਦਾ ਇਹ ਸੋਚ ਰਿਹਾ ਹੈ ਕਿ ਸਾਡੇ ਸਮਾਜ ਅੰਦਰ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ, ਮਗਰ ਅੱਜ ਜੋ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਉਹ ਇੱਕ ਖਾਸ ਤੇ ਵਿਸ਼ੇਸ਼ ਜਾਣਕਾਰੀ ਹੈ। ਉਹ ਜਾਣਕਾਰੀ ਇਹਨਾਂ ਦੇ ਜੀਵਨ ਸਾਥੀ ਬਾਰੇ ਮੈਂ ਕੁਝ ਦੋ ਸ਼ਬਦ ਜ਼ਰੂਰ ਕਹੂੰਗਾ ਕਿ ਰਵਿੰਦਰ ਜੀ ਇੱਕ ਮਿੰਟ ਖੜੇ ਹੋ ਕੇ ਤਾਂ ਦੱਸ ਦੇਣ ਕਿ ਮੈਂ ਅੱਜ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਹੈ ਇਹ ਦੱਸਦੇ ਹੋਏ ਕਿ ਔਰਤ ਦੇ ਪਿੱਛੇ ਵੀ ਕਦੇ ਕਦੇ ਪਤੀ ਦਾ ਹੱਥ ਹੋ ਕੇ ਉਹ ਬੜੀ ਮਹਾਨ ਹੋ ਜਾਂਦੀ ਹੈ। ਉਹ ਹੈ ਅੱਜ ਜਗਦੀਪ ਕੌਰ ਆਹੂਜਾ ਜੀ। ਇਹਨਾਂ ਬਾਰੇ ਇਹਨਾਂ ਦੇ ਪਤੀ ਦੇ ਡਾਕਟਰ ਰਵਿੰਦਰਜੀਤ ਸਿੰਘ ਆਹੂਜਾ ਬਾਰੇ ਵੀ ਮੈਂ ਕੁਝ ਕਹੂੰਗਾ। ਜਿੱਥੇ ਆਮ ਕਹਾਵਤ ਹੈ ਕਿਸੇ ਮਨੁੱਖ ਦੀਆਂ ਵਿਸ਼ੇਸ਼ ਪ੍ਰਾਪਤੀਆਂ ਪਿੱਛੇ ਉਹਨਾਂ ਦੇ ਜੀਵਨ ਸਾਥਣ ਦਾ ਹੱਥ ਹੁੰਦਾ, ਉੱਥੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਡਾਕਟਰ ਜਗਦੀਪ ਕੌਰ ਜੀ ਦੀਆਂ ਸਨਮਾਨਯੋਗ ਪ੍ਰਾਪਤੀਆਂ ਪਿੱਛੇ ਇਹਨਾਂ ਦੇ ਪਤੀ ਡਾਕਟਰ ਰਵਿੰਦਰਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਹੈ। ਇਹਦੇ 'ਚ ਇੱਕ ਵਿਸ਼ੇਸ਼ ਇੱਕ ਹੋਰ ਗੱਲ ਜੋ ਮੇਰੇ ਧਿਆਨ 'ਚ ਆਈ ਕਿ ਜਦੋਂ ਵਿਵਾਹਿਕ ਇੱਕ ਦੰਪਤੀ ਨਵੇਂ ਦਿਨਾਂ ਦੇ ਵਿੱਚ ਵਿਵਾਹ ਹੋਇਆ ਹੁੰਦਾ ਹੈ, ਉਸ ਦਿਨਾਂ 'ਚ PhD ਕਰਵਾ ਦੇਣੀ ਰਵਿੰਦਰ ਜੀ ਵੱਲੋਂ ਇੱਕ ਅਧਿਆਤਮਿਕ ਪ੍ਰੇਮ, ਜਿੱਥੇ ਜਦੋਂ ਅਸੀਂ ਰੋਮਾਂਟਿਕ ਜਿਹਨੂੰ ਸ਼ਬਦ ਕਹਿੰਦੇ ਹਾਂ ਉਹ 'ਚ ਫਿਲਾਸਫੀ ਕਰਨੀ, ਇਹ ਬਹੁਤ ਬੜੀ ਗੱਲ ਹੈ। ਰਵਿੰਦਰ ਜੀ ਮੈਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਵੀ ਦਊਂਗਾ, ਵਧਾਈ ਵੀ ਦਊਂਗਾ, ਕਿਉਂਕਿ ਇਹਨਾਂ ਦੇ ਤਿੰਨੇ ਬੱਚੇ ਜੋ PhD ਦੀ ਉਚੇਰੀ ਸਿੱਖਿਆ ਪ੍ਰਾਪਤ ਕਰਨੀ ਸੀ, ਇਹਨਾਂ ਦੇ ਵਿਆਹ ਤੋਂ ਮਗਰੋਂ ਇਹਨਾਂ ਦੇ ਪਤੀ ਦੇ ਸਹਿਯੋਗ ਨਾਲ ਹੀ ਪ੍ਰਾਪਤ ਹੋਈ। ਇਹਨਾਂ ਦੇ ਤਿੰਨ ਬੱਚੇ, 2 ਲੜਕੇ ਤੇ 1 ਲੜਕੀ, ਡਾਕਟਰੀ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਸਮਾਜ ਸੇਵਾ ਦੇ ਖੇਤਰ ਵਿੱਚ ਪੂਰਾ ਰੋਲ ਨਿਭਾ ਰਹੀਆਂ ਨੇ। ਡਾਕਟਰ ਰਵਿੰਦਰਜੀਤ ਜੀ ਨੇ ਪਰਮ ਪਿਤਾ ਸ਼੍ਰੀ ਫਕੀਰ ਸਿੰਘ ਆਹੂਜਾ ਜੀ ਦੇ ਨਾਂ ਅੱਜ ਵੀ ਦਿਲ ਦੇ ਰੋਗੀਆਂ ਲਈ ਪਟਿਆਲਾ ਵਿਖੇ ਵਿਸ਼ੇਸ਼ ਐਂਬੂਲੈਂਸ ਸੇਵਾ ਜਾਰੀ ਹੈ। ਇਸ ਲਈ ਵੀ ਇੱਕ ਤਾੜੀ ਦਾ ਬਣਦੀ ਹੈ ਕਿ ਇਹ ਇੱਕ ਸਮਾਜ ਸੇਵਾ ਦੇ ਵਿੱਚ ਪਟਿਆਲਾ ਤੋਂ ਇੱਕ ਐਂਬੂਲੈਂਸ ਚਲਾ ਰਹੇ ਨੇ, ਜਿਹੜੇ ਇਹਨਾਂ ਦੇ ਪਿਤਾ ਜੀ ਦੇ ਨਾਮ ਤੇ ਉੱਥੇ ਸੇਵਾ ਨਿਭਾ ਰਹੀ ਹੈ। ਅੱਜ ਅਸੀਂ ਇਹਨਾਂ ਦੇ ਸੂਝਵਾਨ ਪਤੀ ਦੇ ਹੋਣਹਾਰ ਪਿਤਾ ਦਾ ਤੇ ਸੱਚੇ ਸਮਾਜ ਸੇਵਕ ਹੋਣ ਦੇ ਨਾਤੇ ਸਨਮਾਨ ਕਰਕੇ ਅਸੀਂ ਆਏ ਹੋਏ ਸੱਜਣ ਬਹੁਤ ਹੀ ਮਾਣ ਮਹਿਸੂਸ ਕਰ ਰਹੇ ਹਾਂ। ਰਵਿੰਦਰ ਜੀ ਬਹੁਤ ਬਹੁਤ ਧੰਨਵਾਦ, ਔਰ ਬਹੁਤ ਬਹੁਤ ਤੁਹਾਡਾ ਸਾਡੀ ਭੈਣ ਨੂੰ ਐਡਾ ਤੁਸੀਂ ਮਾਣ ਬਖਸ਼ਿਆ ਕਿ ਉਸ ਨੂੰ ਵਧਾਉਣ ਦੇ ਵਿੱਚ ਤੁਹਾਡਾ ਐਡਾ ਹੱਥ ਹੈ। ਇਸ ਲਈ ਇੰਨਾ ਹੀ ਕਹਿੰਦਾ ਹੋਇਆ ਅੱਜ ਸਮਾਂ ਇੰਨਾ ਹੀ ਸੀ, ਮੈਂ ਇੰਨਾ ਹੀ ਇਜਾਜ਼ਤ ਲਊਂਗਾ। ਇਹਨਾਂ ਦਾ ਸਨਮਾਨ, ਧੰਨਵਾਦ। ਮੈਂ ਜੋ ਸਹਿਤ ਸਭਾ ਮਲੇਰਕੋਟਲਾ ਵੱਲੋਂ ਵੀ
ਇੱਕ ਸਨਮਾਨ ਪੱਤਰ ਇਹਨਾਂ ਦਾ ਬਣਾਇਆ ਗਿਆ ਸੀ। ਪ੍ਰਧਾਨ ਖੜੇ ਨੇ ਮੇਰੇ ਨਾਲ ਨਾਹਰ ਸਿੰਘ ਮੁਬਾਰਕਪੁਰੀ ਜੀ, ਇਹਨਾਂ ਨੇ ਵੀ ਇੱਕ ਸਨਮਾਨ ਪੱਤਰ ਅਸੀਂ ਭੇਂਟ ਕਰਨਾ ਇਹਨਾਂ ਨੂੰ। ਅੱਜ ਮਿਤੀ 7 ਮਈ 2023 ਨੂੰ ਮਲੇਰਕੋਟਲਾ ਕਲੱਬ ਮਲੇਰਕੋਟਲਾ ਵਿਖੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਸੁਮੇਲ ਦੀ ਕਿਤਾਬ ਸਭ ਬਾਗਿਓਂ ਆਰ-ਪਾਰ ਦੇ ਲੋਕ ਅਰਪਣ ਸਮਾਗਮ ਮੌਕੇ ਧਾਰਮਿਕ, ਵਿਦਿਅਕ ਤੇ ਸ਼ਾਇਰਾਨਾ ਸ਼ਖਸੀਅਤ ਦੀ ਮਾਲਕ ਕੁਝ 10 ਕਿਤਾਬਾਂ ਦੇ ਰਚੇਤਾ, ਜਿਨ੍ਹਾਂ ਵਿੱਚੋਂ ਖੋਜ ਨਿਬੰਧ, ਕਾਵਿ ਸੰਗ੍ਰਹਿ, ਗਜ਼ਲ ਸੰਗ੍ਰਹਿ ਸ਼ਾਮਲ ਹਨ। ਡਾਕਟਰ ਜਗਦੀਪ ਕੌਰ ਅਹੂਜਾ ਨੂੰ ਉਹਨਾਂ ਦੀਆਂ ਵਿਦਿਅਕ ਅਤੇ ਸਾਹਿਤਕ ਪ੍ਰਾਪਤੀਆਂ ਉੱਪਰ ਸਾਹਿਤ ਸਭਾ ਮਲੇਰਕੋਟਲਾ ਵਿਸ਼ੇਸ਼ ਸਨਮਾਨ ਦੇਣ ਤੇ ਖੁਸ਼ੀ ਮਹਿਸੂਸ ਕਰਦੀ ਹੈ। ਸਾਨੂੰ ਪੂਰਨ ਆਸ ਹੈ ਭਵਿੱਖ ਵਿੱਚ ਵੀ ਡਾਕਟਰ ਜਗਦੀਪ ਕੌਰ ਅਹੂਜਾ ਆਪਣੀਆਂ ਗਤੀਵਿਧੀਆਂ ਇੱਦਾਂ ਜਾਰੀ ਰੱਖੇਗੀ। ਹੁਣ ਅਸੀਂ ਇਹਨਾਂ ਦਾ ਸਨਮਾਨ ਵੀ ਕਰਨ ਜਾ ਰਹੇ ਹਾਂ, ਪ੍ਰਧਾਨ ਜੀ ਦੱਸਣਗੇ। ਬਹੁਤ ਬਹੁਤ ਧੰਨਵਾਦ ਜੀ। ਕਾਫੀ ਡਿਟੇਲ ਦੇ ਵਿੱਚ ਅਸੀਂ ਚਾਹੁੰਦੇ ਹਾਂ ਇਸ ਪ੍ਰੋਗਰਾਮ ਦੇ ਐਂਡ ਕਰਨ ਤੋਂ ਪਹਿਲਾਂ ਕੁਝ ਸਨਮਾਨ ਡਾਕਟਰ ਜਗਦੀਪ ਜੀ ਕੋਲੋਂ। ਪਹਿਲਾਂ ਅਸੀਂ ਅਜਰ ਜੀ ਮੈਂ ਉਹੀ ਬੋਲਣ ਲੱਗਿਆ। ਉਸ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਹਾਜ਼ਰ ਜੀ ਆਪਣੇ ਵਿਚਾਰ ਕਿਤਾਬ ਪ੍ਰਤੀ ਜ਼ਰੂਰ ਰੱਖਣ। ਹਾਜ਼ਰ ਜੀ ਕੁਝ ਮਿੰਟਾਂ ਲਈ ਸਤਿ ਸ਼੍ਰੀ ਅਕਾਲ। ਬੇਸਿਕਲੀ ਇੱਥੇ ਜੇ ਜ਼ਿਆਦਾ ਲੋਕ ਜਾਣਦੇ ਨੇ ਕਿ ਮੈਂ ਉਰਦੂ ਦਾ ਸ਼ਾਇਰ ਹਾਂ। ਮੇਰੇ ਉਰਦੂ ਦੇ 15-16 ਬਹੁਤ ਸ਼ਾਗਿਰਦ ਨੇ, ਜਿਹੜਾ ਅੱਧ ਦਰਜਨ ਤੋਂ ਜ਼ਿਆਦਾ PhD ਡਾਕਟਰ बड़े बड़े ਉਹਦੇ ਹੱਥ ਲੱਗੇ ਹੋਏ ਨੇ ਬਸ਼ਮੂਲ ਕਾਫੀ ਦੇ। ਲੇਕਿਨ ਬੜੀ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੇ 15-16 ਸ਼ਾਗਿਰਦਾਂ ਵਿੱਚੋਂ 10 ਤੋਂ ਵੱਧ ਨਾਲ ਪੰਜਾਬੀ 'ਚ ਵੀ ਸ਼ਾਇਰੀ ਕਰਦੇ ਹਨ। ਵਜ੍ਹਾ ਇਹ ਹੈ ਕਿ ਪੰਜਾਬੀ ਸਾਡੀ ਜ਼ੁਬਾਨ ਹੈ, ਸਾਡੀ ਮਾਂ ਬੋਲੀ ਹੈ। ਅਸੀਂ ਘਰਾਂ 'ਚ ਜਿਹੜਾ ਮਾਵਾਂ ਕੋਲ ਜਾਂ ਗੋਦੀਆਂ 'ਚ ਪਲੇ ਹਾਂ ਉਹ ਪੰਜਾਬੀ ਬੋਲਦੀਆਂ ਸਨ, ਸਾਡੀਆਂ ਭੈਣਾਂ ਵੀ ਪੰਜਾਬੀ ਬੋਲਦੀਆਂ ਸਨ। ਜਿਹੜਾ ਬੱਚਿਆਂ 'ਚ ਅਸੀਂ ਖੇਲੇ ਹਾਂ ਉਹ ਸਭ ਪੰਜਾਬੀ ਬੋਲਣ ਵਾਲੇ ਸੀ। ਇਸ ਗੱਲ ਦੀ ਸਾਨੂੰ ਮਾਣ ਹੈ। ਦੂਜਾ ਮਾਣ ਮੈਨੂੰ ਇਹ ਹੈ ਕਿ ਉਰਦੂ ਦੇ ਸਟੂਡੈਂਟ ਹੁੰਦੇ ਹੋਏ ਵੀ ਉਹ ਜੋ ਪੰਜਾਬੀ 'ਚ ਲਿਖਦੇ ਨੇ ਉਹ ਮੈਨੂੰ ਲਿਖਾਉਂਦੇ। ਇੰਨੀ ਉਹਨਾਂ ਦੀ ਥੋੜ੍ਹੀ ਬਹੁਤ ਪੰਜਾਬੀ ਵੀ ਮੈਂ ਜਾਣਦਾ। ਪੰਜਾਬੀ ਤੋਂ ਅੱਜ ਰਫੀ ਸਾਹਿਬ ਨੇ ਮੈਨੂੰ ਕਿਤਾਬ ਬਾਰੇ 2-3 ਦਿਨ ਪਹਿਲਾਂ ਦੱਸਿਆ ਸੀ। ਉਹਨੇ ਕਿਹਾ था कि कुछ मैं ਤੁਹਾਨੂੰ ਪੜ੍ਹਾਊਂਗਾ। मैंने ਕਿਹਾ था ਵੀ ਬਗੈਰ ਪੜ੍ਹੇ ਤਾਂ ਕੁਝ ਕਿਤਾਬ ਬਾਰੇ ਨਹੀਂ ਕਿਹਾ ਜਾ ਸਕਦਾ। ਲੇਕਿਨ ਖੈਰ ਉਰੇ ਆ ਕੇ ਇਹਨਾਂ ਨੇ ਮੈਨੂੰ ਕਿਤਾਬ ਨਹੀਂ ਪੜ੍ਹਾਈ, ਪਰ ਮੈਨੂੰ ਨਹੀਂ ਮਹਿਸੂਸ ਹੋਇਆ ਕਿ ਉਰੇ ਆ ਕੇ ਕੋਈ ਕਿਤਾਬ ਬਾਰੇ ਕੁਝ ਕਹਿਣ 'ਚ ਕਮੀ ਰਹਿ ਗਈ ਹੋਵੇ। ਉਰੇ ਦੇ ਪੁਰੀ ਜੀ ਨੇ ਉਹਨਾਂ ਨੇ ਭਾਈ ਸਾਹਿਬ ਨੇ ਬਹੁਤ ਕੁਝ ਇੱਥੇ ਉਹਦੇ ਪਰ ਰੋਸ਼ਨੀ ਪਾ ਦਿੱਤੀ ਹੈ। ਇਸ ਲਈ ਮੈਂ ਕਿਤਾਬ ਪੜ੍ਹਨ ਦੇ ਬਾਅਦ ਉਹਦੇ ਪਰ ਲਿਖੂੰਗਾ ਜ਼ਰੂਰ ਕੁਝ ਨਾ ਕੁਝ। ਮੇਰਾ ਵਾਅਦਾ 10-12-15 ਪੇਜ ਦਾ। ਸੋ ਹੁਣ ਮੈਂ ਇਹ ਚਾਹੁੰਦਾ ਕਿ ਇਹਨੂੰ ਪ੍ਰੋਗਰਾਮ ਨੂੰ ਵਿੱਚ ਕੁਝ ਅੜਚਨ ਪਾਈ ਜਾਵੇ। ਬਹੁਤ ਸਮਾਂ ਹੋ ਗਿਆ। हाँ मैं उर्दू के शेर का मौका तो है नहीं, तुम कहोगे मैं सुना देना। मेरे शेर याद नहीं रहने, मैं दिमाग पढ़ के सुना दूँगा। लेटेस्ट गज़ल है मैं दूजी बार उन्हें पढ़ा पटियाले एक मुशायरे गया तो उत्थे पढ़ी थी कि खुशामद को मेरी शायद था यूं सहरा निकल आया। खुशामद को मेरी शायद था यूं सहरा निकल आया। मैं दरिया था समंदर से मेरा रिश्ता निकल आया। खुशामद को मेरी शायद था यूं। देखो अजकल किसी बड़े आदमी नाल रिश्तेदारी होवे थोड़े आले वाले बहुत लोग नहीं आ जाएंगे। वो गल मैं ये विच कही है। खुशामद को मेरी शायद था यूं सहरा निकल आया। मैं दरिया था समंदर से मेरा रिश्ता निकल आया। और कभी यूं भी सरीहन झूठ हो जाते हैं अंदाजे। कभी यूं भी सरीहन झूठ हो जाते हैं अंदाजे। मैं उसको सोचता कुछ था मगर वो क्या निकल आया। कभी यूं भी सरीहन झूठ हो जाते हैं अंदाजे। मैं उसको सोचता कुछ था मगर वो क्या निकल आया। हजारों बस्तियों से
रब्त बस इतना है बादल का, हजारों बस्तियों से रब्त बस इतना है बादल का, जरा सी देर को वारिद हुआ गर्जा निकल आया। हजारों बस्तियों से रब्त बस इतना है बादल का, जरा सी देर को वारिद हुआ गर्जा निकल आया। और नतीजा चाहतों का भी कहाँ यकसा निकलता है, मोहब्बतों का नतीजा चाहतों का भी कहाँ यकसा निकलता है। कहीं कैसा निकल आया, कहीं कैसा निकल आया। नतीजा चाहतों का भी कहाँ यकसा निकलता है, कहीं कैसा निकल आया, कहीं कैसा निकल आया। आप बुझाली है कभी तो तश्न की दो चार कतरों से, समंदर से भी मैं आगर कभी प्यासा निकल आया।